खड्डियां नूं देख के पता नहीं लगता कि सड़क के उत्ते खड्डे पे हुए ने ਜਾਂ खड्डियां दे विच सड़क बनी हुई है। खड्डे इन्ने ज़्यादा डूंगे ने। बहुत बुरा हाल है जी। सड़कों के रिश्तेदार भी बंद हो गए आने जाने ते। झाड़ू मार मार के थक गए। सड़क ना घर जो कितने चल जी घर छड्ड गए। ਇੱਥੇ ਰਾਤ ਨੂੰ ਟਰੱਕ ਵੱਜਿਆ, ਘਰ ਦੀ ਕੰਧ ਢਹਿ ਗਈ ਹੈ, ਬਾਉਂਡਰੀ ਵਾਲ, ਤੇ ਬੰਦੇ ਉਹ ਤੋਂ ਥੋੜੀ ਦੂਰ ਹਟ ਕੇ ਪਏ ਸੀਗੇ। ਗਰਮੀਆਂ ਦੀ ਗੱਲ ਹੈ, ਬਟ ਉਸ ਟਾਈਮ ਵੀ ਸੜਕ ਨਹੀਂ ਬਣੀ। ਇਹ ਦੇਖਦੇ ਹੋਏ ਵੀ ਟਰੱਕ ਨਾਲ ਜੇ ਕੰਧ ਗਿਰ ਕੇ ਬੰਦਿਆਂ ਉੱਤੇ ਗਿਰ ਜਾਂਦੀ ਤਾਂ ਬੰਦੇ ਮਰ ਸਕਦੇ ਸੀ। ਇੱਕ ਸਰਕਾਰ ਕਹਿੰਦੀ ਸੀ ਕਿ ਸੜਕਾਂ ਇਹੋ ਜਿਹੀਆਂ ਬਣਾ ਦਾਂਗੇ, ਬੰਬ ਵੀ ਡਿੱਗਣਗੇ ਤਾਂ ਸੜਕਾਂ ਨਹੀਂ ਟੁੱਟਣਗੀਆਂ। ਉਹਨਾਂ ਦੇ ਟਾਈਮ 'ਚ ਵੀ ਨਹੀਂ ਬਣੀ। ਇੱਕ ਸਰਕਾਰ ਕਹਿੰਦੀ ਸੀ ਪੈਚ ਵਰਕ ਕਰਾਇਆ ਪੂਰੇ ਪੰਜਾਬ ਦਾ। ਪੈਚ ਵਰਕ ਵਾਲੀ ਸਰਕਾਰ ਵੀ ਆ। ਹੁਣ ਤਾਂ ਸੜਕ ਪੈਚ ਲਾਉਣ ਜੋਗੀ ਵੀ ਨਹੀਂ ਰਹੀ। ਹੁਣ ਤਾਂ ਆ ਗਏ ਸਾਰੇ ਅਧਿਕਾਰੀ ਵੀ ਬਹਿ ਗਏ ਆ ਕੇ। ਹੁਣ ਜਨਤਾ ਆਪਣੀ ਤਾਕਤ ਦਿਖਾ ਸਕਦੀ। ਹੁਣ ਤਾਂ ਸੜਕ ਬਣਨੀ ਚਾਹੀਦੀ। ਫਿਰ ਜਨਤਾ ਵੀ ਹੁਣ ਕਹਿ ਸਕਦੀ ਵੀ ਵੋਟ ਨੂੰ 6 ਮਹੀਨੇ ਰਹਿ ਗਏ, ਫਿਰ ਵਰਤਾਂਗੇ ਆਪਣੇ ਹੱਕ। सड़क बन के जाऊंगी, बननी है। मैं तो आप कहना थोड़े नाल बैठांगा, सड़क बन के जाऊंगी, क्यों नहीं बनूगी। हर बार मैं सड़क का मुद्दा उठाता भी सड़क बनाओ, सड़क बनाओ जी। सवाल करन तो पहला तुसी अपने अंदर झात मार के देखो भी सड़क सही है या गलत है। ਪੰਜਾਬ ਦੇ ਵਿੱਚ ਸੜਕ ਟੁੱਟੀ ਹੋਈ ਹੈ। ਹਿਮਾਚਲ ਦੀ ਅੱਗੇ ਵੀ ਠੀਕ ਹੈ। ਵਧੀਆ ਹੈ ਜੀ, ਹਿਮਾਚਲ ਦੀ ਬਹੁਤ ਫਸਟ ਕਲਾਸ ਸੜਕ ਹੈ। ਤੁਸੀਂ ਪਰਸਨਲੀ ਇਹ ਤੋਂ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਗੇੜਾ ਮਾਰ ਕੇ ਰਿਪੋਰਟਿੰਗ ਕਰਕੇ ਆਇਓ ਵੀ ਆਹ ਦੇਖੋ ਹਿਮਾਚਲ ਦੀ ਸੜਕ ਦੇਖ ਲਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਸਤਨਾਮ ਸਿੰਘ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਕਹੀ ਜਾਂਦੀ ਹੈ ਵੀ ਗੁਰੂਆਂ ਪੀਰਾਂ ਦੀ ਧਰਤੀ। ਪਰ ਅੱਜ ਪੰਜਾਬ ਦੀ ਹਾਲਤ ਉਹ ਹੋ ਚੁੱਕੀ ਹੈ ਕਿ ਅੱਜ ਜੇ ਪੰਜਾਬ ਨੂੰ ਧਰਨਿਆਂ ਦੀ ਧਰਤੀ ਕਹਿ ਲਿਆ ਜਾਵੇ ਤਾਂ ਇਹ ਕਥਨ ਕੋਈ ਗਲਤ ਨਹੀਂ ਹੋਵੇਗਾ। ਕਿਉਂਕਿ ਜਿੱਥੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਜਾਂ ਹੋਰ ਕੱਚੇ ਅਧਿਕਾਰੀ ਜਿਹੜੇ ਮਹਿਕਮਿਆਂ ਦੇ ਵਿੱਚ ਜਿਹਨਾਂ ਨੂੰ ਪੱਕਿਆਂ ਨਹੀਂ ਕੀਤਾ ਗਿਆ, ਹਰ ਤਰ੍ਹਾਂ ਦੇ ਕਰਮਚਾਰੀ ਜਿੱਥੇ ਵੱਖ-ਵੱਖ ਥਾਵਾਂ ਤੇ ਧਰਨੇ ਲਾ ਰਹੇ ਨੇ, ਤਾਂ ਉਸ ਦੇ ਨਾਲ ਪੰਜਾਬ ਦੇ ਹੱਕਾਂ ਨੂੰ ਲੈ ਕੇ ਕਈ ਥਾਵਾਂ ਤੇ ਧਰਨੇ ਚੱਲ ਰਹੇ ਨੇ। ਕਿਸਾਨੀ ਧਰਨੇ ਚੱਲ ਰਹੇ ਨੇ। ਪੰਜਾਬ ਵਿੱਚ ਵੀ ਵੱਖ-ਵੱਖ ਥਾਵਾਂ ਤੇ ਲੋਕ ਬੈਠੇ ਨੇ। ਤਾਂ ਸੜਕਾਂ ਨੂੰ ਲੈ ਕੇ ਜਿੱਥੇ ਸਰਕਾਰਾਂ ਕਹਿੰਦੀਆਂ ਕਿ ਬਹੁਤ ਵਿਕਾਸ ਉਹਨਾਂ ਨੇ ਕੀਤਾ ਹੈ, ਤਾਂ ਸੜਕਾਂ ਨੂੰ ਲੈ ਕੇ ਕਿ ਸੜਕਾਂ ਨਹੀਂ ਬਣੀਆਂ ਬੜੇ ਚਿਰ ਤੋਂ, ਧਰਨਾ ਲੱਗਿਆ ਹੋਇਆ ਨਾਲਾਗੜ੍ਹ ਰੋਡ ਦੇ ਉੱਤੇ। ਰੋਪੜ ਤੋਂ ਜਿਹੜੀ ਨਾਲਾਗੜ੍ਹ ਨੂੰ ਸੜਕ ਜਾਂਦੀ ਹੈ ਉਹਦੇ ਉੱਤੇ ਧਰਨਾ ਲੱਗਿਆ ਹੋਇਆ। ਧਰਨਾ ਲੱਗਿਆ ਹੋਇਆ ਕਿ ਸੜਕ ਬਹੁਤ ਸਮੇਂ ਤੋਂ ਸੜਕ ਦਾ ਨਿਰਮਾਣ ਨਹੀਂ ਹੋਇਆ ਤੇ ਸੜਕ ਦੇ ਵਿੱਚ ਖੱਡੇ ਇੰਨੇ ਵੱਡੇ ਪੈ ਚੁੱਕੇ ਨੇ। ਮੈਂ ਦਿਖਾਉਣਾ ਚਾਹਾਂਗਾ ਕਿ ਇੱਕ ਵਾਰੀ ਖੱਡੇ ਦਿਖਾ ਦਿਓ। ਖੱਡਿਆਂ ਨੂੰ ਦੇਖ ਕੇ ਪਤਾ ਨਹੀਂ ਲੱਗਦਾ ਕਿ ਸੜਕ ਦੇ ਉੱਤੇ ਖੱਡੇ ਪਏ ਹੋਏ ਨੇ ਜਾਂ ਖੱਡਿਆਂ ਦੇ ਵਿੱਚ ਸੜਕ ਬਣੀ ਹੋਈ ਹੈ। ਖੱਡੇ ਇੰਨੇ ਜ਼ਿਆਦਾ ਡੂੰਘੇ ਨੇ ਕਿ ਜੇਕਰ ਪਾਣੀ ਇਹਨਾਂ ਦੇ ਵਿੱਚ ਮੀਂਹ ਦੇ ਨਾਲ ਭਰ ਜਾਵੇ ਤਾਂ ਕੋਈ ਵੀ ਡਿੱਗ ਕੇ ਇਹਦੇ ਵਿੱਚ ਡੁੱਬ ਵੀ ਸਕਦਾ ਹੈ। ਇੰਨੇ ਡੂੰਘੇ ਖੱਡੇ ਬਣੇ ਹੋਏ ਨੇ। ਹਾਲਾਤ ਬਹੁਤ ਜ਼ਿਆਦਾ ਇਸ ਸੜਕ ਦੇ ਖਰਾਬ ਨੇ। ਜਿੱਥੋਂ ਇਹ ਸੜਕ ਸਟਾਰਟ ਹੁੰਦੀ ਹੈ ਘਨੌਲੀ ਬੈਰੀਅਰ ਤੋਂ ਲੈ ਕੇ ਨਾਲਾਗੜ੍ਹ ਵੱਲ ਨੂੰ, ਉਸ ਤੋਂ ਤਕਰੀਬਨ 3-4 ਕਿਲੋਮੀਟਰ ਅੱਗੇ ਧਰਨਾ ਲਗਾਇਆ ਗਿਆ। ਤਕਰੀਬਨ ਸਾਰੀ ਸੜਕ ਦਾ ਹੀ ਬਹੁਤ ਜ਼ਿਆਦਾ ਬੁਰਾ ਹਾਲ ਹੈ। ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਆਸੇ-ਪਾਸੇ ਪਿੰਡਾਂ ਦੇ ਇਕੱਠੇ ਹੋ ਗਏ ਨੇ। ਸਾਰਾ ਰੋਡ ਇਹਨਾਂ ਨੇ ਬਲੌਕ ਕਰ ਦਿੱਤਾ ਹੈ। ਰਸਤੇ ਦੇ ਵਿੱਚ ਟਰੈਕਟਰ ਗੱਡੀਆਂ ਖੜਾ ਦਿੱਤੀਆਂ ਗਈਆਂ ਨੇ ਪਿੰਡਾਂ ਦੇ ਵਿੱਚੋਂ, ਜਿੱਥੇ ਬਜ਼ੁਰਗ ਇਕੱਠੇ ਹੋਏ ਨੇ, ਨੌਜਵਾਨ ਇਕੱਠੇ ਹੋਏ ਨੇ ਤੇ ਨਾਲ ਬੀਬੀਆਂ ਵੀ, ਔਰਤਾਂ ਵੀ ਪਿੰਡਾਂ ਦੇ ਵਿੱਚੋਂ ਆ ਕੇ ਬੱਚਿਆਂ ਸਮੇਤ ਇਸ ਰੋਡ ਨੂੰ ਬਲੌਕ ਕਰਕੇ ਇੱਥੇ ਡਟ ਕੇ ਬਹਿ ਗਏ ਨੇ। ਪ੍ਰਸ਼ਾਸਨਿਕ ਅਧਿਕਾਰੀ ਵੀ ਦਿਖਾਉਣਾ ਚਾਹਾਂਗਾ ਕਿ ਡਿਊਟੀ ਦੇ ਉੱਤੇ ਆ ਚੁੱਕੇ ਨੇ, ਖੜੇ ਨੇ। ਗੱਲਬਾਤ ਕਰਦੇ ਆ ਜਿਹੜੇ ਲੋਕ ਧਰਨੇ ਦੇ ਉੱਤੇ ਬੈਠੇ ਨੇ ਕਿ ਕੀ ਸਾਰੀ ਗੱਲਬਾਤ ਹੈ। ਤੁਹਾਨੂੰ ਗੱਲਬਾਤ ਦਿਖਾਉਂਦੇ ਆ। ਬੀਬੀਆਂ ਨਾਲ ਗੱਲਬਾਤ ਕਰਦੇ ਆ। ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਕੀ ਮਸਲਾ ਹੈ ਜੀ ਸਾਰਾ? ਮਸਲਾ ਸਰ ਤੁਹਾਨੂੰ ਦਿਖ ਰਿਹਾ ਹੈ ਜੀ। ਸਾਡੇ 15-16 ਸਾਲ ਹੋ ਗਏ ਜੀ ਸੜਕ ਨੂੰ, ਜਿਹੜੀ ਨਾਲ ਆਪਣਾ ਘਨੌਲੀ ਬੈਰੀਅਰ ਤੋਂ ਲੈ ਕੇ ਢੇਰਵਾਲ ਤੱਕ ਜਾਂਦੀ ਆ, ਉਹਦੇ 5-5 ਫੁੱਟ ਦੇ ਖੱਡੇ ਬਣੇ ਹੋਏ। ਹੁਣ ਤੁਸੀਂ ਦੇਖ ਰਹੇ ਹੋ ਬਾਰਿਸ਼ ਹੋ ਰਹੀ ਹੈ ਤੇ ਇਹ ਖੱਡੇ ਪਾਣੀ ਨਾਲ ਭਰ ਜਾਣਗੇ। ਜਿੱਥੇ ਹਰ ਰੋਜ਼ ਦੁਰਘਟਨਾ ਹੁੰਦੀ ਹੈ, ਕਿਸੇ ਨਾ ਕਿਸੇ ਦੀ ਲੱਤ ਬਾਂਹ ਟੁੱਟਦੀਆਂ ਜਾਂ ਛੋਟੇ ਬੱਚਿਆਂ ਦੇ ਸੱਟਾਂ ਲੱਗਦੀਆਂ। ਬਾਕੀ ਨਾਲ ਦੇ ਘਰਾਂ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਦੇ ਜਦੋਂ ਸੁੱਕਾ ਹੁੰਦਾ ਹੈ ਉਸ ਟਾਈਮ ਮਿੱਟੀ ਜਾਂਦੀ ਹੈ, ਜਦੋਂ ਬਾਰਿਸ਼ ਹੁੰਦੀ ਹੈ ਤਾਂ ਚਿੱਕੜ ਸਾਰਾ, ਕਿਉਂਕਿ ਨਾਲਾਗੜ੍ਹ ਦੀਆਂ ਗੱਡੀਆਂ ਜਾਂਦੀਆਂ, ਟਰੱਕ ਵਗੈਰਾ ਬੜੀਆਂ ਗੱਡੀਆਂ ਜਾਂਦੀਆਂ ਤੇ ਉਹਨਾਂ ਦੀਆਂ ਕੰਧਾਂ ਦੇ ਉਹਨਾਂ ਦੇ ਅੰਦਰਾਂ 'ਚ ਜਾਂਦਾ ਹੈ। ਇਸ ਕਰਕੇ ਲੋਕ ਪਰੇਸ਼ਾਨ ਹੈ। ਅਸੀਂ ਅੱਜ ਇਹ ਰੋਡ ਕਰਕੇ ਧਰਨਾ ਲਾ ਰਹੇ ਹਾਂ ਜੀ। ਕੀ ਗੱਲਬਾਤ ਹੁੰਦੀ ਹੈ? ਪਹਿਲਾਂ
ਕੋਈ ਇੱਥੇ ਘਟਨਾਵਾਂ ਵੀ ਹੁੰਦੀਆਂ ਕਿਦਾਂ? ਸਰ ਬਹੁਤ ਹੋ ਚੁੱਕੀਆਂ ਹੈ। ਪਹਿਲਾਂ ਇੱਥੇ ਐਕਸੀਡੈਂਟ ਵਗੈਰਾ ਵੀ ਹੋ ਚੁੱਕੇ ਆ ਤੇ ਇੰਨੇ ਡੂੰਘੇ 5-5 ਫੁੱਟ ਖੱਡੇ ਡੂੰਘੇ ਆ। ਰਾਤ ਨੂੰ ਜਦੋਂ ਡਿਊਟੀਆਂ ਵਾਲੇ 10 ਵਜੇ ਰਾਤ ਨੂੰ ਡਿਊਟੀ ਤੇ ਆਉਂਦੇ, ਕੋਈ ਸਵੇਰੇ ਤੜਕੇ 4 ਵਜੇ ਜਾਂਦਾ ਹੈ, ਤਾਂ ਜਦੋਂ ਬਾਰਿਸ਼ ਹੁੰਦੀ ਆ ਹਨੇਰੇ ਵਿੱਚ ਖੱਡਿਆਂ ਦਾ ਨਹੀਂ ਪਤਾ ਲੱਗਦਾ, ਤਾਂ ਕੋਈ ਦੁਰਘਟਨਾ ਬੜੀ ਹੋਰ ਵੀ ਹੋ ਸਕਦੀ ਆ। ਦੱਸਣਯੋਗ ਹੈ ਕਿ ਹਿਮਾਚਲ ਦੇ ਵਿੱਚ ਇੰਡਸਟਰੀ ਦੇ ਵਿੱਚ ਜਿਹੜੀ ਬੱਦੀ ਸਾਈਡ ਇੰਡਸਟਰੀ ਲੱਗੀ ਹੋਈ ਹੈ, ਬਹੁਤਾਤ ਲੋਕ ਜਿਹੜੇ ਇਸ ਪਾਸੇ ਤੋਂ ਇੱਥੋਂ ਤੱਕ ਕਿ ਨਾਲ ਦੇ ਹੋਰ ਸ਼ਹਿਰਾਂ ਤੋਂ ਵੀ ਜਿਹੜੇ ਲੋਕ ਹੈਗੇ ਨੇ ਇੱਥੋਂ ਹੋ ਕੇ ਗੁਜ਼ਰਦੇ ਆ, ਜਿਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਇੱਥੇ ਅਕਸਰ ਵਾਪਰਦੀਆਂ। ਹੋਰ ਵੀ ਇੱਥੇ ਬਜ਼ੁਰਗ ਬੈਠੇ, ਤੁਸੀਂ ਨਾਲ ਦੇ ਪਿੰਡਾਂ ਤੋਂ ਹੀ ਹੋ ਜੀ? ਹਾਂਜੀ ਹਾਂਜੀ, ਬਹੁਤ ਬੁਰਾ ਹਾਲ ਹੈ ਜੀ। ਸੜਕਾਂ ਦਾ ਰਿਸ਼ਤੇਦਾਰ ਵੀ ਬੰਦ ਹੋ ਗਏ ਆਣੇ ਜਾਣੇ ਤੇ, ਝਾੜੂ ਮਾਰ ਮਾਰ ਕੇ ਥੱਕ ਗਏ। ਸੜਕਾਂ ਨਾਲ ਘਰ ਜਿਹੜਾ ਕਿੱਥੇ ਨੂੰ ਚਲ ਜੇ ਘਰ ਛੱਡ ਕੇ ਅਸੀਂ ਕਿੰਨਾ ਚਿਰ ਹੋ ਗਿਆ ਸਾਨੂੰ ਰੋਲਾ ਪਾਉਂਦਿਆਂ ਨੂੰ, ਸਾਡੀ ਕਿਸੇ ਨੇ ਸੁਣਾਈ ਨਹੀਂ ਕਰੀ ਹੈ। ਸਰਕਾਰਾਂ ਤੱਕ ਪਹੁੰਚ ਕੀਤੀ ਪਹਿਲਾਂ ਤੁਸੀਂ? ਸਰਕਾਰਾਂ ਤੇ ਪਹਿਲੇ ਵੀ ਧਰਨਾ ਲਾਇਆ, ਇੱਕ ਵਾਰ ਕਿਸੇ ਨੇ ਸੁਣਾਈ ਉਹ ਨਹੀਂ ਕਰੀ ਸਾਡੀ। ਪਹਿਲੇ ਵੀ ਧਰਨਾ ਲਾਇਆ ਇੱਕ ਵਾਰ ਅਸੀਂ। ਧਰਨਾ ਤਾਂ ਅੱਜ ਫੇਰ ਲੱਗ ਗਿਆ, ਪਹਿਲਾਂ ਕੀ ਦਿਲਾਸੇ ਮਿਲੇ ਸੀ ਜਾਂ ਫਿਰ ਕੋਈ ਹੱਲ ਕੱਢਿਆ ਗਿਆ ਸੀ? ਕੋਈ ਹੱਲ ਨਹੀਂ ਕੱਢਿਆ, ਕੋਈ ਹੱਲ ਨਹੀਂ ਕੱਢਿਆ ਸਾਡਾ, ਕੋਈ ਹੱਲ ਨਹੀਂ ਕੱਢਿਆ ਸਾਨੂੰ। ਹਾਂਜੀ, ਸਾਡੀ ਪ੍ਰੋਬਲਮ ਦਾ ਕੋਈ ਹੱਲ ਨਹੀਂ ਕਰ ਰਿਹਾ ਜੀ। ਸਾਨੂੰ ਸਿਰਫ ਤਰਵਾਸਾ ਦੇ ਦਿੰਦੇ ਜੀ, ਅੱਜ ਕਰੋਗੇ ਕੱਲ ਨੂੰ ਕਰੋਗੇ, ਬਟ ਕਿੰਨੇ ਹੀ ਸਾਲ ਹੋ ਗਏ ਸਾਨੂੰ ਦੇਖਦੇ ਨੂੰ, ਕੋਈ ਵੀ ਦੇਖ ਲਓ ਤੁਸੀਂ ਜਾ ਕੇ, ਕੋਈ ਰਿਪੇਅਰ ਵੀ ਨਹੀਂ ਕੀਤੀ ਕਿਸੇ ਨੇ। ਹੋਰ ਤਾਂ ਕੁਝ ਵੀ ਕਿਆ ਕਰਨਾ ਸੀਗਾ। ਤੇ ਹੁਣ ਧਰਨਾ ਤੁਸੀਂ ਲਾ ਕੇ ਬੈਠੇ ਹੋ, ਪ੍ਰਸ਼ਾਸਨ ਵੀ ਇੱਥੇ ਖੜਾ ਹੈ, ਅਧਿਕਾਰੀ ਆ ਰਹੇ ਆ? ਹਾਲ ਤੱਕ ਤਾਂ ਕੋਈ ਨਹੀਂ ਜੀ ਆਇਆ, ਇਸ ਟਾਈਮ ਤੱਕ ਤਾਂ ਕੋਈ ਨਹੀਂ ਅਜੇ ਆਇਆ। ਆਪਣੇ ਹੀ ਬੰਦੇ ਬੋਲ ਰਹੇ ਆ। ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੀ ਧਰਨੇ ਲਾਏ ਸੀ, ਧਰਨਾ ਅੱਜ ਵੀ ਲੱਗਿਆ ਹੋਇਆ, ਪਹਿਲਾਂ ਵੀ ਚੱਕ ਦਿੱਤੇ ਤੁਸੀਂ, ਅੱਜ ਦਾ ਫਿਰ ਕੀ ਪ੍ਰੋਗਰਾਮ ਆ? ਅੱਜ ਦਾ ਪ੍ਰੋਗਰਾਮ ਜੀ ਹੁਣ ਵੀਰਾਂ ਨੂੰ ਪਤਾ ਹੋਣਾ ਜੀ ਅੱਗੇ ਕੀ ਕਰਨਾ। ਅਸੀਂ ਤਾਂ ਧਰਨੇ ਤੇ ਫਿਲਹਾਲ ਬੈਠੇ ਆ। ਮੀਂਹ ਵੀ ਆ ਰਿਹਾ, ਉੱਪਰੋਂ ਬਾਰਿਸ਼। ਮੀਂਹ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਬੈਠੇ ਆ ਜੀ। ਜਦ ਤੱਕ ਸਾਨੂੰ ਕੋਈ ਡੀਸੀ ਸਾਹਿਬ ਇੱਥੇ ਆ ਕੇ ਸਾਨੂੰ ਕੋਈ ਆਪਣਾ ਦੱਸਦੇ ਨਹੀਂ ਹੈ ਕਿ ਜਦ ਤੱਕ ਧਰਨਾ ਲੱਗਿਆ ਰਹੂਗਾ। ਸੋ ਬਾਰਿਸ਼ ਵੀ ਉੱਤੋਂ ਆ ਰਹੀ ਹੈ, ਮੌਸਮ ਬਰਸਾਤਾਂ ਦਾ ਇਸ ਵੇਲੇ, ਮੀਂਹ ਵੀ ਪੈ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਕਿ ਜੇ ਮੀਂਹ ਝੱਖੜ ਜਿਸ ਤਰ੍ਹਾਂ ਦਾ ਵੀ ਮਾਹੌਲ ਰਹੂਗਾ ਇਹ ਇੱਥੇ ਬੈਠੇ ਹੀ ਰਹਿਣਗੇ। ਬੜੇ ਲੰਮੇ ਚਿਰ ਤੋਂ ਪਹਿਲਾਂ ਵੀ ਇਹਨਾਂ ਨੇ ਧਰਨੇ ਲਾਏ ਆ। ਮੰਗ ਇਹ ਆ ਕਿ ਡੀਸੀ ਸਾਹਿਬ ਆਉਣ ਤੇ ਜਦੋਂ ਤੱਕ ਕੋਈ ਕਾਰਵਾਈ ਦਾ ਭਰੋਸਾ ਇਹਨਾਂ ਨੂੰ ਨਹੀਂ ਮਿਲਦਾ ਉਦੋਂ ਤੱਕ ਇੱਥੋਂ ਨਹੀਂ ਹਿਲਦੇ। ਹੋਰ ਵੀ ਆਸੇ-ਪਾਸੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਨੌਜਵਾਨ ਵੀ ਇਸ ਪਾਸੇ ਖੜੇ ਨੇ, ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਧਰਨਾ ਲੱਗਿਆ ਹੋਇਆ ਅੱਜ? ਭਾਜੀ ਧਰਨਾ ਲਾਉਣਾ ਇੱਕ ਮਜਬੂਰੀ ਬਣ ਗਈ। ਕੌਣ ਲਾਉਣਾ ਚਾਹੁੰਦਾ ਧਰਨਾ? ਹਰੇਕ ਕੋਲ ਆਪਣੇ ਆਪਣੇ ਕੰਮ ਹੈਗੇ ਨੇ, ਬਟ ਧਰਨਾ ਕਿਉਂ ਲਾਉਣਾ ਪੈ ਰਿਹਾ? ਕਿਉਂਕਿ ਕੰਮ ਨਹੀਂ ਹੋ ਰਹੇ, ਮਜਬੂਰੀ ਬਣ ਗਈ ਹੈ। ਪ੍ਰਸ਼ਾਸਨ ਜਦੋਂ ਕੰਮ ਨਹੀਂ ਕਰ ਰਿਹਾ, ਸਾਡੇ ਚੁਣੇ ਹੋਏ ਨੁਮਾਇੰਦੇ ਕੰਮ ਨਹੀਂ ਕਰ ਰਹੇ, ਜਨਤਾ ਨੂੰ ਹੀ ਸੜਕਾਂ ਤੇ ਆਉਣਾ ਪੈ ਰਿਹਾ। ਜਿਹੜੀ ਜਨਤਾ ਉਹਨਾਂ ਨੂੰ ਆਪਣੇ ਕੰਮਾਂ ਵਾਸਤੇ ਚੁਣਦੀ ਹੈ ਉਹ ਕੰਮ ਨਹੀਂ ਕਰ ਰਹੇ, ਤਾਂ ਜਨਤਾ ਫੇਰ ਧਰਨੇ ਤੇ ਆ ਰਹੀ ਹੈ। ਰੀਜ਼ਨ ਬੀਇੰਗ ਇਹ ਪ੍ਰਸ਼ਾਸਨ ਨਿਕੰਮਾ ਹੋ ਗਿਆ। ਜੇ ਅੱਜ ਸਾਨੂੰ ਉਹ ਕਹਿ ਰਹੇ ਨੇ ਜੀ ਇਹ ਸੜਕ ਹੁਣ ਬਣ ਜੇਗੀ ਜਾਂ ਮੌਨਸੂਨ ਤੋਂ ਬਾਅਦ ਬਣ ਜੇਗੀ, ਆ ਪਿਛਲੇ 5 ਸਾਲਾਂ 'ਚ ਮੌਨਸੂਨ ਆਏ ਨਹੀਂ, ਕਿੰਨੇ ਮੌਨਸੂਨ ਲੰਘ ਲਏ? 5 ਮੌਨਸੂਨ ਲੰਘ ਲਏ ਜੀ, 5 ਸਾਲਾਂ 'ਚ ਕਿਉਂ ਨਹੀਂ ਬਣੀ? ਮੌਨਸੂਨ ਨੂੰ ਕਿਉਂ ਡਿੱਕਿਆ ਜਾਂਦਾ? ਉਹੀ ਤਾਂ ਰੀਜ਼ਨ ਹੈ ਜੀ। ਹੁਣ ਤਾਂ ਰੀਜ਼ਨ ਆ ਗਿਆ ਮੌਨਸੂਨ। ਮੌਨਸੂਨ ਤੋਂ ਪਹਿਲਾਂ ਖੱਡੇ ਨਹੀਂ ਦਿਖੇ। ਆ ਘਨੌਲਾ ਪਿੰਡ ਹੈ ਜੀ, ਨਾਲ ਦਾ ਪਿੰਡ, ਇੱਥੇ ਰਾਤ ਨੂੰ ਟਰੱਕ ਵੱਜਿਆ, ਘਰ ਦੀ ਕੰਧ ਢਹਿ ਗਈ ਹੈ, ਬਾਉਂਡਰੀ ਵਾਲ, ਤੇ ਬੰਦੇ ਉਹ ਤੋਂ ਥੋੜੀ ਦੂਰ ਹਟ ਕੇ ਪਏ ਸੀਗੇ। ਗਰਮੀਆਂ ਦੀ ਗੱਲ ਹੈ, ਬਟ ਉਸ ਟਾਈਮ ਵੀ ਸੜਕ ਨਹੀਂ ਬਣੀ। ਇਹ ਦੇਖਦੇ ਹੋਏ ਵੀ ਇਹ ਟਰੱਕ ਨਾਲ ਜੇ ਕੰਧ ਗਿਰ ਕੇ ਬੰਦਿਆਂ ਉੱਤੇ ਗਿਰ ਜਾਂਦੀ ਤਾਂ ਬੰਦੇ ਮਰ ਸਕਦੇ ਸੀ, ਰਾਈਟ? ਜੇ ਇੱਥੇ ਕੋਈ ਬੰਦਾ ਸੀਰੀਅਸ ਹੋਵੇ, ਐਂਬੂਲੈਂਸ ਜਾਂਦਾ ਜਾਂਦਾ ਬੰਦਾ ਮਰ ਜਾਵੇ। ਸੜਕ ਦਾ ਹੀ ਇੰਨਾ ਬੁਰਾ ਹਾਲ ਹੈ। ਸਾਡੇ ਪਿੰਡ ਇੱਕ ਬੱਚੇ ਦੇ ਬੰਦੇ ਦੀ ਸਿਰ 'ਚ ਸੱਟ ਵੱਜੀ ਹੈ, ਉਹ ਅਜੇ ਵੀ ਔਨ ਬੈੱਡ ਹੈ, ਹੀ ਇਜ਼ ਬੈੱਡ ਰਿਡਨ, ਬਟ ਉਹਨੂੰ ਲਿਜਾਣ ਵਾਸਤੇ, ਇੱਥੋਂ ਰੋਪੜ ਲਿਜਾਣ ਵਾਸਤੇ ਜੇ ਅੱਧਾ ਘੰਟਾ ਲੱਗਿਆ, ਰੋਪੜ ਤੋਂ ਚੰਡੀਗੜ੍ਹ ਜਾਣ ਵਾਸਤੇ 45 ਮਿੰਟ। ਅਨੰਦਪੁਰ ਸਾਹਿਬ ਵਾਲਾ ਹਾਈਵੇ ਕਿਉਂ ਨਹੀਂ ਟੁੱਟਦਾ? ਇੱਥੇ ਮੰਤਰੀਆਂ ਨੇ ਟਰੈਵਲ ਕਰਨਾ ਹੁੰਦਾ ਹੈ, ਇਸ ਰੋਡ ਤੇ ਮੰਤਰੀਆਂ ਦੀ ਆਵਾਜਾਈ ਨਹੀਂ ਹੈ ਤਾਂ ਕੋਈ ਧਿਆਨ ਨਹੀਂ ਦਿੰਦਾ। ਹੁਣ ਤਾਂ ਵੋਟਾਂ ਆ ਗਈਆਂ, ਹੁਣ ਤਾਂ ਮੰਤਰੀਆਂ ਨੇ ਪਿੰਡ ਪਿੰਡ ਕੀ ਹਰ ਘਰ ਘਰ ਜਾਣਾ। ਸਰ ਵੋਟਾਂ ਟਾਈਮ ਕਿਉਂ? ਸਾਡੇ ਬੁਲਾਏ ਤੋਂ ਆ ਗਏ, ਆਏ ਨੇ ਸੰਦੋਆ ਇਹ ਸਾਰੇ ਮੰਤਰੀ ਆਏ ਆ ਨਾ ਜੀ, ਪ੍ਰਸ਼ਾਸਨ ਵੀ ਆ ਗਿਆ ਸਾਡੇ ਬੁਲਾਏ ਤੋਂ। ਜੇ ਅਸੀਂ ਵੋਟਾਂ ਪਾਈਆਂ ਨੇ, ਸਾਡਾ ਧੰਨਵਾਦ ਕਰਨ ਨਹੀਂ ਆਏ। ਇਲਾਕੇ ਤੋਂ ਜਿੱਤੇ ਫੋਰ ਐਗਜ਼ਾਮਪਲ 100 ਵੋਟਾਂ ਨੇ, ਜੇ 50 ਪਈਆਂ ਨੇ, 50 ਦਾ ਧੰਨਵਾਦ ਤਾਂ ਕਰਨਾ ਬਣਦਾ, ਉਹਦੇ ਵਾਸਤੇ ਨਹੀਂ ਆਏ। ਸਾਡੇ ਬੁਲਾਏ ਤੋਂ ਕਹਿੰਦੇ ਨੇ ਤੁਹਾਡੇ ਬੁਲਾਏ ਤੋਂ ਅਸੀਂ ਆਏ ਨੇ। ਸਾਡੇ ਬੁਲਾਏ ਤੋਂ ਟਾਈਮ ਨਿਕਲ ਸਕਦਾ ਹੈ, ਆਪਣੇ ਆਪ ਟਾਈਮ ਕਿਉਂ ਨਹੀਂ ਹੈ? ਦੈਟ ਮੀਨਸ ਉਹ ਆਉਣਾ ਹੀ ਨਹੀਂ ਚਾਹੁੰਦੇ। ਕਦੀ ਲੰਘੇ ਨਹੀਂ ਇਸ ਸੜਕ ਨੂੰ? ਜੇ ਲੰਘੇ ਹੁੰਦੇ ਸੜਕ ਦਾ ਹਾਲ ਨਾ ਸੁਧਰ ਜਾਂਦਾ ਜੀ। ਪ੍ਰਸ਼ਾਸਨ ਨੂੰ ਆਪ ਨਾ ਬੁਲਾ ਲੈਂਦੇ ਉਰੇ ਵੀ ਬਈ ਮੇਰਾ ਹਲਕਾ ਹੈ, ਮੇਰਾ ਜ਼ੋਨ ਹੈ, ਇਟ ਹੈਡ ਟੂ ਬੀ ਰੈਕਟੀਫਾਈਡ, ਬਟ ਉਹਨਾਂ ਦਾ ਮਨ ਨਹੀਂ ਹੈਗਾ ਕਰਨ ਦਾ। ਮੇਰੇ ਹਿਸਾਬ ਨਾਲ ਤਾਂ ਇਹੀ ਹੈ ਜੀ। ਬਾਕੀ ਸੜਕਾਂ, ਘਨੌਲੀ ਵਾਲੀ ਸੜਕ, ਅਨੰਦਪੁਰ ਸਾਹਿਬ ਵਾਲੀ ਦੇਖੋ ਜੀ, ਜੇ ਕ੍ਰੈਕਿੰਗ ਵੀ ਹੁੰਦੀ ਹੈ, ਬਜਰੀ ਉੱਤੋਂ ਦੀ ਚੱਕ ਕੇ ਨਵੀਂ ਬਿਲਕੁਲ ਮੋਟਾਰ ਪੈ ਕੇ ਓਕੇ ਹੁੰਦੀ ਹੈ ਜੀ, ਸਭ ਨੇ ਦੇਖਿਆ। ਜੇ ਖੱਡਾ ਹੁੰਦਾ ਕਿਤੇ ਉਹ ਨਾਲ ਦੀ ਨਾਲ ਭਰਿਆ ਜਾਂਦਾ, ਇਹ ਕਿਉਂ ਨਹੀਂ? ਅਗਰ ਉਹਦਾ ਮੇਨਟੇਨੈਂਸ ਦਾ ਕੰਟਰੈਕਟ ਦੇ ਸਕਦੇ ਆ, ਇਹਦਾ ਵੀ ਸੋਚੋ। ਕਿੰਨਾ ਟਾਈਮ ਹੋ ਗਿਆ ਸੜਕ ਬਣੀ ਨੂੰ? ਸਰ ਜੀ ਮੇਰੇ ਵਿਆਹ ਹੋਏ ਨੂੰ 7 ਸਾਲ ਹੋ ਗਏ, 7 ਸਾਲ 'ਚ ਤਾਂ ਮੈਂ ਦੇਖੀ ਨਹੀਂ ਬਣੀ। 7 ਸਾਲ ਪਹਿਲਾਂ ਦੂਜੀ ਸਰਕਾਰ ਸੀਗੀ, ਪੈਚ ਵਰਕ ਹੁੰਦਾ ਸੀ, ਉਸ ਟਾਈਮ ਸਾਨੂੰ ਇੰਨੀ ਕੁ ਰਾਹਤ ਸੀਗੀ ਵੀ ਪੈਚ ਵਰਕ ਹੋ ਗਏ, ਸੜਕ ਅੱਛੀ ਸੀਗੀ।
ਵੀ ਗੱਡੀ ਦਾ ਚੌਥਾ ਪੰਜਵਾਂ ਗੇਅਰ ਪੈ ਜਾਂਦਾ ਸੀ। ਹੁਣ ਤਾਂ ਪਹਿਲਾ ਦੂਆ ਪਾਉਂਦੇ ਵੀ ਸੋਚਣਾ ਪੈਂਦਾ ਵੀ ਪਹਿਲੇ ਤੋਂ ਦੂਆ ਕਰਾਂ ਜਾਂ ਨਹੀਂ। ਗੱਡੀਆਂ 6 ਗੇਅਰਾਂ ਵਾਲੀਆਂ ਆ ਗਈਆਂ, ਗੇਅਰ ਦੂਜਾ ਨਹੀਂ ਪੈਂਦਾ। ਗੇਅਰ ਦੂਜਾ ਨਹੀਂ ਪੈਂਦਾ, ਮੇਨਟੇਨੈਂਸ ਖਰਚਾ ਵੱਧ ਗਿਆ। ਗੱਡੀਆਂ ਨੇ ਐਵਰੇਜ ਕੀ ਦੇਣੀ ਹੈ? ਸਾਡੀ ਜੇਬ ਤੇ ਪਹਿਲਾਂ ਤਾਂ ਪੈਟਰੋਲ ਮਹਿੰਗਾ ਹੈ। ਜੇ ਕਿਸੇ ਨੇ ਪੈਟਰੋਲ ਵਾਲੀ ਗੱਡੀ ਲਿੱਤੀ ਹੋਈ ਹੈ, ਬੰਦਾ ਨੂੰ ਕੰਨਾਂ ਨੂੰ ਹੱਥ ਲਾਉਂਦਾ ਵੀ ਛੱਡ ਯਾਰ ਕੀ ਕੱਢਣੀ ਹੈ, ਮੇਨਟੇਨੈਂਸ ਤਾਂ ਪੈਣੀ ਜੇਬ ਤੇ ਹੋਰ ਬਰਡਨ ਪੈ ਰਿਹਾ। ਕਰੋਨਾ ਟਾਈਮ ਕੰਮ ਤਾਂ ਹੈ ਨਹੀਂ ਹੈ, ਤਾਂ ਸੜਕ ਕਿਉਂ ਨਹੀਂ ਬਣ ਸਕਦੀ? ਫੰਡਸ ਕਿਉਂ ਨਹੀਂ ਹੈ ਗਵਰਨਮੈਂਟ ਕੋਲ? ਟੈਕਸ ਪੇ ਕਰ ਰਹੇ ਆ ਨਾ ਟਾਈਮ ਦਾ। ਅਗਰ ਟੈਕਸ ਨਹੀਂ ਪੇ ਕਰਦੇ, ਉਹਨਾਂ ਦੇ ਛਾਪੇ ਮਾਰਦੇ ਆ ਨਾ, ਟੈਕਸ ਵਸੂਲਿਆ ਜਾਂਦਾ। ਟੈਕਸ ਪੇਅਰ ਦੇ ਟੈਕਸ ਤੋਂ ਸੜਕ ਬਣਨੀ ਹੈ, ਕਿਉਂ ਨਹੀਂ ਬਣਦੀ? ਬਾਕੀ ਸਾਰੇ MP MLA ਨੂੰ ਭੱਤੇ ਮਿਲ ਸਕਦੇ ਨੇ, ਉਹਨਾਂ ਦੀ ਪੈਨਸ਼ਨਾਂ ਬਣ ਸਕਦੀਆਂ, ਸਭ ਕੁਝ ਬਣ ਸਕਦਾ, ਸੜਕ ਨਹੀਂ ਬਣ ਸਕਦੀ। ਇੱਕ ਸਰਕਾਰ, ਤੁਸੀਂ ਕਹਿ ਰਹੇ ਹੋ 7 ਸਾਲ ਤੁਹਾਡੇ ਵਿਆਹ ਨੂੰ ਹੋ ਗਏ, ਸੜਕ ਉਦੋਂ ਦੀ ਨਹੀਂ ਬਣੀ। ਇੱਕ ਸਰਕਾਰ ਕਹਿੰਦੀ ਸੀ ਕਿ ਸੜਕਾਂ ਇਹੋ ਜਿਹੀਆਂ ਬਣਾ ਦਾਂਗੇ, ਬੰਬ ਵੀ ਡਿੱਗਣਗੇ ਤਾਂ ਸੜਕਾਂ ਨਹੀਂ ਟੁੱਟਣਗੀਆਂ, ਉਹਨਾਂ ਦੇ ਟਾਈਮ 'ਚ ਵੀ ਨਹੀਂ ਬਣੀ। ਇੱਕ ਸਰਕਾਰ ਕਹਿੰਦੀ ਸੀ ਪੈਚ ਵਰਕ ਕਰਾਇਆ ਪੂਰੇ ਪੰਜਾਬ ਦਾ, ਪੈਚ ਵਰਕ ਵਾਲੀ ਸਰਕਾਰ ਵੀ ਆ, ਹੁਣ ਤਾਂ ਸੜਕ ਪੈਚ ਲਾਉਣ ਜੋਗੀ ਵੀ ਨਹੀਂ ਰਹੀ। ਉਹ ਤਾਂ ਕਹਿ ਰਿਹਾ ਪਿਛਲੀ ਸਰਕਾਰ ਜਿਹੜੇ ਸੀਗੀ ਉਸ ਟਾਈਮ ਸਾਨੂੰ ਇੰਨਾ ਸੀਗਾ ਵੀ ਸਾਡੀ ਗੱਡੀ ਸਮੂਥ ਡਰਾਈਵ ਸੀਗੀ, ਟੈਨਸ਼ਨ ਨਹੀਂ ਹੁੰਦੀ ਸੀ ਵੀ ਜੇ ਘਰ ਤੋਂ ਨਿਕਲਣਾ ਰਾਤ ਬਰਾਤੇ ਤਾਂ ਇਹ ਨਹੀਂ ਹੁੰਦਾ ਸੀਗਾ ਵੀ ਮੀਂਹ ਪੈ ਗਿਆ ਤਾਂ ਖੱਡੇ ਦਾ ਨਹੀਂ ਪਤਾ ਲੱਗਣਾ। ਬਟ ਉਹਨਾਂ ਦੇ ਜਾਣ ਤੋਂ ਬਾਅਦ ਇਸ ਸੜਕ ਵੱਲ ਨੂੰ ਤਾਂ ਮੂੰਹ ਹੀ ਨਹੀਂ ਕੀਤਾ ਕਿਸੇ ਨੇ। ਇੱਕ ਵਾਰ ਪੈਚ ਵਰਕ ਹੋਇਆ, ਉਹ ਵੀ ਇਨ ਬਿਟਵੀਨ ਹੋਇਆ, ਜਿੰਨਾ ਕੁ ਹੋਇਆ ਉਹ ਦੇਖ ਸਕਦੇ ਉਨਾ ਕੇ ਬਣਿਆ ਵਾ। ਅੱਜ ਵੀ ਜਿਹੜੀ ਸਮੂਥ ਵੇ ਵਿੱਚ ਨੂੰ ਮਿਲੂਗਾ ਤੁਹਾਨੂੰ, ਜਿੱਥੇ ਦੂਸਰਾ ਤੀਸਰਾ ਗੇਅਰ ਲੱਗ ਜਾਊਗਾ, ਉਹ ਸਿਰਫ ਪੈਚ ਵਰਕ ਹੋਇਆ ਸੀ ਅੱਜ ਤੋਂ 2.5-3 ਸਾਲ ਪਹਿਲਾਂ, ਜਿੱਥੇ ਤੱਕ ਮੈਨੂੰ ਯਾਦ ਹੈ। ਉਸ ਤੋਂ ਬਾਅਦ ਤਾਂ ਮਿੱਟੀ ਵੀ ਜਿਹੜੀ ਪਾਈ ਉਹ ਪਿੰਡ ਵਾਲੇ ਨੇ ਪਾਈ ਹੈ। ਇਹ ਪਿੰਡ ਵਾਲਿਆਂ ਨਾਲ ਚੱਕਰ ਤਾਂ ਨਹੀਂ ਫਿਰ ਇੰਨਿਆਂ ਨਾਲ ਜਿੰਨੀ ਕੁ ਪੈਚ ਵਰਕ ਹੋਇਆ ਨਹੀਂ? ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਜੀ, ਜਾਂ ਪ੍ਰਸ਼ਾਸਨ ਦੱਸ ਸਕਦਾ ਹੈ ਵੀ ਪਿੰਡ ਵਾਲੇ ਨੇ ਕੋਈ ਗੁਨਾਹ ਕੀਤਾ ਹੈ। ਆਈ ਡੋਂਟ ਨੋ ਅਬਾਊਟ ਇਟ, ਬਟ ਜਿੱਥੇ ਤੱਕ ਸੜਕ ਦਾ ਮੁੱਦਾ ਹੈ ਇਹ ਤਾਂ ਬਣਾਉਣੀ ਬਣਦੀ ਹੈ ਨਾ ਜੀ। ਅੱਜ ਫਿਰ ਹੁਣ ਆਏ ਬੈਠੇ ਨੇ ਵਿਧਾਇਕ ਵੀ, ਪ੍ਰਸ਼ਾਸਨਿਕ ਅਧਿਕਾਰੀ ਵੀ ਖੜੇ ਆ ਇੱਥੇ, ਧਰਨਾ ਵੀ ਤੁਸੀਂ ਲਾਇਆ, ਪਹਿਲਾਂ ਵੀ ਲੱਗ ਚੁੱਕੇ ਆ, ਚੱਕ ਵੀ ਹੋ ਗਏ ਧਰਨੇ, ਫਿਰ ਹਾਲ ਉਹੀ ਬਣੇ ਹੋਏ ਧਰਨੇ ਵਾਲੇ। ਹੁਣ ਕੀ ਪ੍ਰੋਗਰਾਮ? ਉਹੀ ਹੈ ਨਾ ਜੀ, ਇਹ ਤਾਂ ਹੁਣ ਜਨਤਾ ਦੀ ਜਿਹੜੀ ਇੱਕ ਸੋਚ ਹੈ ਉਹਨੂੰ ਇਹ ਸਮਝਦੇ ਵੀ ਇਹ ਜ਼ੀਰੋ ਹੈ, ਵੀ ਜਨਤਾ ਧਰਨੇ ਲਾ ਰਹੀ ਹੈ, ਜਨਤਾ ਨੂੰ ਕੁਝ ਪਤਾ ਨਹੀਂ ਹੈਗਾ, ਇਹ ਜ਼ੀਰੋ ਲੋਕ ਨੇ, ਇਹਨਾਂ ਦੇ ਧਰਨੇ ਇਹਨਾਂ ਨੇ ਲਾਏ ਨੇ, ਇਹ ਚੱਕ ਹੋ ਜਾਣਗੇ, ਕੋਈ ਫਰਕ ਨਹੀਂ ਹੈ। ਇਹਨਾਂ ਨੂੰ ਪਿਛਲੇ ਧਰਨਿਆਂ ਤੋਂ ਇਹ ਅਹਿਸਾਸ ਹੁੰਦਾ ਹੈ, ਇਸ ਕਰਕੇ ਕੋਈ ਸੋਚਦਾ ਨਹੀਂ ਹੈ ਵੀ 6 ਮਹੀਨੇ ਰਹਿ ਗਏ ਹੁਣ ਤਾਂ ਤਾਕਤ ਦਿਖਾਉਣ ਨੂੰ ਜਨਤਾ ਨੂੰ ਆਪਣੀ, ਤੇ ਹੁਣ ਤਾਂ ਆਗੇ ਸਾਰੇ ਅਧਿਕਾਰੀ ਵੀ ਬਹਿ ਗਏ ਆ ਕੇ, ਹੁਣ ਜਨਤਾ ਆਪਣੀ ਤਾਕਤ ਦਿਖਾ ਸਕਦੀ। ਹੁਣ ਤਾਂ ਸੜਕ ਬਣਨੀ ਚਾਹੀਦੀ, ਫਿਰ ਜਨਤਾ ਵੀ ਹੁਣ ਕਹਿ ਸਕਦੀ ਵੀ ਵੋਟ ਨੂੰ 6 ਮਹੀਨੇ ਰਹਿ ਗਏ, ਫਿਰ ਵਰਤਾਂਗੇ ਆਪਣੇ ਹੱਕ। ਹੁਣ ਤਾਂ ਜ਼ੋਰ ਲਾ ਲਓ, ਸ਼ਾਇਦ ਪਹਿਲਾਂ ਤਾਂ ਤੁਸੀਂ ਧਰਨੇ ਚੱਕ ਲਏ, ਬਣੀ ਨਹੀਂ, ਹੁਣ ਫਿਰ ਕਿੱਦਾਂ ਦਾ ਰੋਹ ਆ ਜੀ? ਰੋਹ ਇਦਾਂ ਦਾ ਨਾ ਜੀ, ਜੇ ਵੋਟਾਂ ਲੱਗ ਕੇ ਆ ਕੇ ਕੰਮ ਕਰਨਾ MP MLA ਨੇ ਜਾਂ ਸਰਕਾਰਾਂ ਨੇ, ਫਿਰ ਸਾਨੂੰ ਸਰਕਾਰਾਂ ਨਹੀਂ ਚਾਹੀਦੀਆਂ। ਸਰਕਾਰ ਬਣਾਈ ਹੈ, ਜੇ 5 ਸਾਲ ਉਹਨੂੰ ਦਿੱਤੇ ਹੈ, 5 ਸਾਲ ਕੰਮ ਕਰਨ ਲਈ ਦਿੱਤੇ, ਇਹ ਨਹੀਂ ਦਿੱਤੇ ਵੀ 5 ਸਾਲ ਤੁਸੀਂ ਬੈਠੋ, 4.5 ਸਾਲ ਐਂਡ ਦੇ 6 ਮਹੀਨੇ ਕੰਮ ਕਰੋ। ਜੇ ਮੈਂ ਇਹੀ ਸੋਚਣਾ ਵੀ ਜਦੋਂ ਵੋਟਾਂ ਆਉਣਗੀਆਂ ਫਿਰ ਸੜਕਾਂ ਬਣਨਗੀਆਂ, ਫਿਰ ਧਰਨੇ ਲਾਵਾਂਗੇ, ਫਿਰ ਅਸੀਂ ਵੋਟਾਂ ਨਹੀਂ ਪਾਉਣੀਆਂ। ਸਾਡੇ ਪਿੰਡ ਤੋਂ ਦੂਰ ਰਹਿਣ ਜੀ ਫਿਰ, ਹੈ ਨਾ ਜੀ। ਮੈਂ ਕਿਸੇ ਦਾ ਇਹ ਨਹੀਂ ਹੈ ਵੀ ਅਸੀਂ ਬਾਈਕਾਟ ਕਰਨ ਬੈਠੇ ਹਾਂ, ਸਾਡਾ ਇੱਕ ਮੁੱਦਾ ਹੈ ਔਰ ਜੈਨੂਇਨ ਕੇਸ ਹੈ, ਇਹ ਇਕੱਲਾ ਮੇਰਾ ਨਹੀਂ ਹੈ, ਤੁਹਾਡਾ ਨਹੀਂ ਹੈ, ਸਭ ਦਾ ਹੈ। ਜਿਹੜੇ ਕੰਮਿਊਟਰਸ ਨੇ ਜਿਨ੍ਹਾਂ ਨੇ ਡੇਲੀ ਜੌਬ ਵਾਸਤੇ ਜਾਣਾ ਹੈ, ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ। ਕਦੀ ਵੀ ਬੱਸਾਂ 'ਚ ਤੁਸੀਂ ਆਪ ਜਾ ਕੇ ਦੇਖੋ ਵੀ ਬੱਸ 'ਚ ਟਰੈਵਲ ਕਰਕੇ ਇੱਥੇ ਬੱਸ 'ਚ ਕਿੱਦਾਂ ਦਾ ਫੀਲ ਹੁੰਦਾ ਵੀ ਬੱਸ ਹੁਣ ਗਿਰੀ, ਹੁਣ ਮਰੇ, ਕਿਉਂਕਿ ਖੱਡੇ ਐਡੇ ਹੋ ਗਏ ਨੇ, ਬੱਸਾਂ ਵੀ ਸੇਫ ਨਹੀਂ ਹੈ, ਗੱਡੀਆਂ ਮੋਟਰਸਾਈਕਲ ਛੱਡੋ, ਹੈ ਨਾ ਜੀ। ਜੇ ਇੱਥੇ ਗੱਡੀ 'ਚ ਬੰਦਾ ਜਾ ਰਿਹਾ, ਉਹਨੂੰ ਇਹ ਹੁੰਦਾ ਵੀ ਮੇਰੀ ਗੱਡੀ ਟੁੱਟ ਜਾਏਗੀ, ਮੋਟਰਸਾਈਕਲ 'ਤੇ ਜਾ ਰਿਹਾ ਉਹ ਸਲਿੱਪ ਹੋ ਜਾਏਗਾ, ਉਹਨੂੰ ਇਹ ਨਹੀਂ ਪਤਾ ਵੀ ਪਿੱਛੋਂ ਆ ਕੇ ਨਾ ਕੁਝ ਚੜ੍ਹ ਜੇ, ਰਾਈਟ। ਤਾਂ ਲਾਈਫ ਇਜ਼ ਇਨ ਡੇਂਜਰ। ਬਟ ਪ੍ਰਸ਼ਾਸਨ ਮੈਨੂੰ ਲੱਗਦਾ ਨਹੀਂ ਸਮਝ ਰਿਹਾ, ਕਿਉਂਕਿ 3 ਵਾਰ ਧਰਨੇ ਲੱਗ ਲਏ, 3 ਵਾਰ ਸਾਨੂੰ ਟਾਈਮ ਦੇ ਚੁੱਕੇ ਨੇ ਵੀ ਸੜਕ ਬਣੂਗੀ, ਕਦ ਬਣੂਗੀ, ਹੈ ਨਾ ਜੀ। ਸਭ ਦੇ ਮੂਹਰੇ ਉਹਨਾਂ ਨੇ ਦਿੱਤਾ ਹੈ ਟਾਈਮ, ਹੁਣ ਫੇਰ ਕਹਿ ਰਹੇ ਨਹੀਂ ਪ੍ਰਸ਼ਾਸਨ ਟਾਈਮ ਦਊਗਾ ਜੀ। ਕਿਉਂ ਬਈ ਟਾਈਮ ਕਿਉਂ ਦਊਗਾ? ਐਕਸ਼ਨ ਕਿਉਂ ਨਹੀਂ ਹੈ? ਹੁਣ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਕੋਲ ਫੰਡਸ ਆਣਗੇ, ਪਹਿਲਾਂ ਕਿਉਂ ਨਹੀਂ ਆਏ? ਸੋਚਣ ਵਾਲੀ ਗੱਲ ਹੈ ਨਾ ਜੀ। ਜੇ ਫੰਡਸ ਹੁਣ ਆ ਸਕਦੇ, ਪਹਿਲਾਂ ਵੀ ਆ ਸਕਦੇ ਸੀ, ਇਹਦਾ ਮਤਲਬ ਜ਼ੋਰ ਨਹੀਂ ਲਾਇਆ ਗਿਆ, ਉਹ ਸਿਰਫ ਇੱਕ ਗੱਲਾਂ ਦੀ ਕੜਾਹ ਸੀਗਾ ਜਿਹੜਾ ਸਾਨੂੰ ਸਿਰਫ ਪੇਸ਼ ਕੀਤਾ ਗਿਆ, ਹੋਰ ਕੁਝ ਨਹੀਂ ਹੈ। ਪ੍ਰਸ਼ਾਸਨ ਪਹਿਲਾਂ ਕਹਿੰਦਾ ਸੀ ਕਿ ਫੰਡਸ ਆਉਣਗੇ, ਸੜਕਾਂ ਬਣ ਜਾਣਗੀਆਂ, ਧਰਨੇ 'ਚ ਆਏ ਹੋ ਤੁਸੀਂ ਬਾਈ? ਹਾਂਜੀ ਸਰ, ਧਰਨੇ 'ਚ ਆਏ। ਕਹਿਣਾ ਨਹੀਂ ਚਾਹੁੰਦੇ ਕੁਝ? ਸੜਕ ਨਹੀਂ ਬਣ ਰਹੀ ਸਰ, ਸੜਕ ਨਹੀਂ ਬਣ ਰਹੀ ਸਾਡੇ ਪਿੰਡ ਦੀ, ਬਹੁਤ ਬੁਰਾ ਹਾਲ ਹੈ ਜੀ। ਅੱਜ ਧਰਨੇ ਦਾ ਫਿਰ ਮੰਤਵ ਕੀ ਹੈ? ਤੁਸੀਂ ਵੀ ਧਰਨੇ 'ਚ ਆਏ ਹੋ, ਕੁਝ ਮਨ 'ਚ ਸੋਚ ਕੇ ਤਾਂ ਆਏ ਹੋਵੋਗੇ ਕਿ ਕੋਈ ਰੋਹ ਤਾਂ ਲੈ ਕੇ ਆਏ ਹੋਵੋਗੇ? ਨਹੀਂ ਜੀ ਸਰ, ਸੋਚ ਕੇ ਹੀ ਆਏ ਆ ਜੀ, ਹਾਂ ਵੀ ਸਾਡੇ ਪਿੰਡ ਦੀ ਸੜਕ ਬਣਾਈ ਜਾਵੇ ਸਾਰੀ। ਇਦਾਂ ਤਾਂ ਪਹਿਲਾਂ ਵੀ ਕਹਿੰਦੇ ਭਾਜੀ ਧਰਨੇ ਲੱਗ ਚੁੱਕੇ ਆ, ਉਹਨਾਂ ਨੇ ਦੱਸਿਆ ਕਿ 3 ਵਾਰੀ ਧਰਨੇ ਪਹਿਲਾਂ ਲੱਗ ਚੁੱਕੇ ਆ, ਭਰੋਸੇ ਵੀ ਮਿਲੇ ਆ, ਫਿਰ ਧਰਨਾ ਲਾਉਣਾ ਪੈ ਰਿਹਾ ਹੁਣ। ਧਰਨੇ ਦਾ ਜੀ ਸਰ ਕਈ ਵਾਰ ਲੱਗ ਲਏ ਪਰ ਲੇਕਿਨ ਸੁਣਾਈ ਨਹੀਂ ਹੋ ਰਹੀ ਇਸ ਪਿੰਡ। ਇਸ ਵਾਰ ਦੇ ਧਰਨੇ ਬਾਰੇ ਹੁਣ ਕੀ ਸੋਚ ਕੇ ਆਏ ਹੋ ਘਰੋਂ? ਇਸ ਵਾਰ ਧਰਨੇ ਬਾਰੇ ਇਹੀ ਸੋਚ ਕੇ ਆਏ ਆ ਕਿ ਸਾਡੇ ਪਿੰਡ ਦਾ ਕੋਈ ਨਾ ਕੋਈ ਵਿਕਾਸ ਹੋ ਸਕੇ, ਸਾਰੇ ਧਰਨਾ ਲੱਗ ਸਕੇ ਸਾਰੀ। ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ? ਸਰਕਾਰਾਂ ਦਾ ਕੋਈ ਸੁਣਦੇ ਨਹੀਂ, ਕੁਝ ਵੀ ਕੋਈ ਗੱਲਬਾਤ ਨਹੀਂ ਸੁਣਦੀ ਆ ਜੀ, ਜ਼ੀਰੋ ਆ ਜੀ, ਫੇਲ ਆ ਜੀ।
ਸੋ ਮੌਜੂਦਾ ਜਿਹੜੇ ਲੋਕ ਹੈਗੇ ਧਰਨੇ ਦੇ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਲੋਕੀ ਕਹਿੰਦੇ ਆ ਕਿ ਧਰਨੇ ਦੇ ਉੱਤੇ ਧਰਨੇ ਬੜੇ ਲੱਗ ਚੁੱਕੇ ਆ ਪਰ ਕੋਈ ਧਰਨਿਆਂ ਦਾ ਹੁਣ ਤੱਕ ਫਾਇਦਾ ਨਹੀਂ ਮਿਲਿਆ। ਬਹੁਤ ਸਾਰੇ ਲੋਕ ਤੁਹਾਨੂੰ ਦਿਖਾਉਣਾ ਚਾਹਾਂਗਾ ਇਕੱਠੇ ਹੋਏ ਨੇ, ਮਾਈਕ ਵੀ ਸਪੀਕਰ ਚੱਲ ਰਿਹਾ ਹੈ, ਵਿਧਾਇਕ ਵੀ ਬੈਠੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਧਰਨਾ ਜਿੱਥੇ ਲੱਗਿਆ ਹੋਇਆ, ਜਿੱਥੇ ਆਮ ਲੋਕ ਬੈਠੇ ਨੇ, ਲੋਕ ਆਪਣੇ ਵਿਚਾਰ ਵੀ ਪੇਸ਼ ਕਰ ਰਹੇ ਆ, ਉਹਦੇ ਨਾਲ ਨਾਲ ਹਲਕਾ ਜਿਹੜੇ ਵਿਧਾਇਕ ਹੈਗੇ ਨੇ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਸੰਦੋਆ ਉਹ ਵੀ ਸਾਡੇ ਨਾਲ ਬੈਠੇ ਨੇ, ਗੱਲਬਾਤ ਕਰਦੇ ਆ। ਨਹੀਂ ਤੁਹਾਡੇ ਨਾਲ ਸਰ ਗੱਲ ਤਾਂ ਬਣਦੀ ਹੈ, ਤੁਸੀਂ ਲੋਕਾਂ ਦੇ ਪ੍ਰਤੀਨਿਧੀ ਹੋ ਤੇ ਅੱਜ ਲੋਕਾਂ ਦੇ ਵਿੱਚ ਆਏ ਲੋਕਾਂ ਦੇ ਇਲਜ਼ਾਮ ਹੈ ਸਰ ਕਿ 4.5 ਸਾਲ ਆ ਕੇ ਨਹੀਂ ਦੇਖਿਆ ਤੁਸੀਂ, 4.5 ਸਾਲ ਨਹੀਂ ਆਏ, ਅੱਜ ਵੀ ਤਾਂ ਆ ਕੇ ਬੈਠੇ ਹੋ। ਮੈਂ ਪਹਿਲਾਂ ਵੀ ਆਂਦਾ, ਪਹਿਲਾਂ ਵੀ ਇਸ ਧਰਨੇ ਤੇ ਆਂਦਾ, ਜਦੋਂ ਸੜਕ ਦਾ ਧਰਨਾ ਲੱਗਦਾ ਮੈਨੂੰ ਆਵਾਜ਼ ਕਰਦੇ ਮੈਂ ਆਂਦਾ ਕਿਉਂ ਨਹੀਂ ਆਂਦਾ, ਲੋਕਾਂ ਨੂੰ ਪਤਾ ਮੈਂ ਆਂਦਾ ਯਾਰ ਧਰਨੇ ਤੇ। ਨਹੀਂ ਲੋਕਾਂ ਨੇ ਇਲਜ਼ਾਮ ਲਾਏ ਆ ਕਿ ਅੱਜ ਤਾਂ ਆ ਕੇ ਬੈਠੇ ਆ ਪਰ ਅੱਜ ਤੋਂ ਪਹਿਲਾਂ ਕਦੀ ਆ ਕੇ ਦਿਖੇ ਨਹੀਂ ਹੈਗੇ। ਉਹ ਕਹਿੰਦੇ ਕਿ ਜੇ ਸੜਕ ਤੋਂ ਲੰਘੇ ਵੀ ਹੁੰਦੇ ਤਾਂ ਸੜਕ ਇਹ ਪੱਕੀ ਹੋਈ ਹੁੰਦੀ। ਮੇਰੀ ਇੱਥੇ ਟਰੱਕਾਂ ਦਾ ਧਰਨਾ ਲੱਗਿਆ ਮੈਂ ਆਇਆ, ਇਹ ਰੋਡ ਤੇ ਧਰਨਾ ਲੱਗਿਆ ਮੈਂ ਆਇਆ, ਮੈਂ ਸਾਰਿਆਂ ਥੋੜਾ ਜਦੋਂ ਧਰਨੇ ਜਾਂਦਾ ਮੈਂ ਆਇਆ। ਸਰਪੰਚ ਸਾਹਿਬ ਨੂੰ ਪੁੱਛੋ ਵੀ ਆਇਆ ਕਿ ਨਹੀਂ ਆਇਆ। ਕਾਰਨ ਕੀ ਬਣਦਾ ਸਰ, ਕਿਉਂ ਨਹੀਂ ਬਣ ਰਹੀ? ਦੇਖਣ ਵਿੱਚ ਸਪਸ਼ਟ ਹੋ ਜਾਂਦਾ ਵੀ ਖੱਡੇ ਬਹੁਤ ਵੱਡੇ ਆ, ਸੜਕ ਦਾ ਬਹੁਤ ਬੁਰਾ ਹਾਲ ਹੈ ਤੇ ਦੱਸਣ ਵਾਲੇ ਕਹਿੰਦੇ ਕਿ ਪਿਛਲੇ 6-7 ਸਾਲ ਤੋਂ ਪਿਛਲੀ ਸਰਕਾਰ ਤੋਂ ਹੀ ਬੁਰਾ ਹਾਲ ਚੱਲਦਾ ਆ ਰਿਹਾ ਹੈ, ਹੁਣ ਤੱਕ ਇਹ ਸੜਕ ਨਹੀਂ ਬਣੀ ਹੈ। ਭਰੋਸੇ ਬੜੀ ਵਾਰ ਦਿੱਤੇ ਗਏ। ਇਹ NH ਦੇ ਅੰਡਰ ਸੜਕ ਹੈ ਜੀ, ਨੈਸ਼ਨਲ ਸੜਕ ਹੈ ਇਹ, ਇਸ ਕਰਕੇ ਪ੍ਰੋਬਲਮ ਆ ਰਹੀ ਹੈ। ਮੈਂ ਬੜੀ ਆਵਾਜ਼ ਉਠਾਈ ਹੈ, ਜਦੋਂ ਮੀਟਿੰਗ ਹੁੰਦੀ ਹੈ ਮੈਂ ਮੀਟਿੰਗ ਜਾਂਦਾ ਇਸ ਸੜਕ ਦੀ ਸਪੈਸ਼ਲ ਗੱਲ ਕਰਦਾ ਹੈ। ਵਿਧਾਨ ਸਭਾ 'ਚ ਵਾਰ-ਵਾਰ ਮੁੱਦਾ ਉਠਾਇਆ, ਜਦੋਂ ਵੀ DC ਨਾਲ ਮੀਟਿੰਗ ਹੁੰਦੀ ਹੈ, ਚੇਅਰਮੈਨ ਸ਼ਿਕਾਇਤ ਨਿਵਾਰਨ ਕਮੇਟੀ ਦਾ ਜਾਂ MP ਸਾਹਿਬ ਦੀ ਹਰ ਵਾਰ ਮੈਂ ਸੜਕ ਦਾ ਮੁੱਦਾ ਉਠਾਉਂਦਾ ਵੀ ਸੜਕ ਬਣਾਓ ਜੀ। ਸੁਣਵਾਈ ਨਹੀਂ, ਤੁਹਾਡੀ ਵੀ ਸੁਣਵਾਈ ਨਹੀਂ ਸਰ ਹੁੰਦੀ ਹੈ ਸਰ, ਨਹੀਂ ਹੋ ਰਹੀ ਹੈ। ਮੈਂ ਤਾਂ ਹੀ ਤਾਂ ਕਹਿੰਦਾ, ਮੈਂ ਤਾਂ ਆਇਆ ਇਹਨਾਂ ਨਾਲ ਕਈ ਵਾਰ ਆਇਆ ਧਰਨੇ ਲਾਉਣ ਵਾਸਤੇ, ਜਦੋਂ ਮੈਨੂੰ ਬੁਲਾਇਆ ਮੈਂ ਆਇਆ ਜੀ। ਇਹ ਲੋਕ ਤਾਂ ਸਰ ਹੁਣ ਭਰੋਸੇ ਤੇ ਬੈਠੇ ਆ ਕਿ ਕੁਝ ਹੋਏਗਾ, ਪਹਿਲਾਂ ਵੀ ਧਰਨੇ ਲੱਗ ਚੁੱਕੇ, ਹੁਣ ਵੀ ਕਿਸੇ ਭਰੋਸੇ ਤੇ ਆਏ ਬੈਠੇ ਆ ਕਿ ਤੁਸੀਂ ਵੀ ਆਏ ਹੋ, ਤੁਹਾਡੇ ਵੱਲ ਇੱਕ ਉਮੀਦ ਰੱਖਦੇ ਲੋਕ ਤੇ ਹੋ ਕੀ ਸਕਦਾ ਹੁਣ ਵੀ ਭਰੋਸਾ ਹੀ ਮਿਲੂਗਾ ਜਾਂ ਬਣੂਗੀ ਕੁਝ? ਸੜਕ ਬਣ ਕੇ ਜਾਊਗੀ, ਬਣਨੀ ਹੈ। ਮੈਂ ਤੈਨੂੰ ਆਪ ਕਹਿੰਦਾ ਮੈਂ ਤੁਹਾਡੇ ਨਾਲ ਬੈਠਾਂਗਾ, ਸੜਕ ਬਣ ਕੇ ਜਾਊਗੀ, ਕਿਉਂ ਨਹੀਂ ਬਣੂਗੀ? ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਬੈਠਾਂਗੇ ਬਣੂਗੀ ਸੜਕ। ਸੋ ਵਿਧਾਇਕ ਨੇ ਅਮਰਜੀਤ ਸਿੰਘ ਸੰਦੋਆ, ਇਹਨਾਂ ਦਾ ਕਹਿਣਾ ਕਿ ਆ ਕੇ ਬੈਠੇ ਆ, ਸੜਕ ਬਣੂਗੀ, ਲੋਕ ਵੀ ਇਹਨਾਂ ਵੱਲ ਦੇਖਦੇ ਆ, ਉਮੀਦ ਕਰਦੇ ਆ ਕਿ ਹੁਣੇ ਹੀ ਆ ਕੇ ਬੈਠੇ ਨੇ। ਜਿਸ ਤਰ੍ਹਾਂ ਨੇ ਕਿਹਾ ਕਿ ਸੜਕ ਬਣੇਗੀ, ਉਮੀਦ ਕਰਦੇ ਆ ਕਿ ਹੁਣ ਸੜਕ ਜ਼ਰੂਰ ਬਣ ਹੀ ਜਾਏਗੀ। ਜਿੱਥੇ ਪ੍ਰਤੀਨਿਧੀ ਜਿਹੜੇ ਹੈਗੇ ਨੇ ਜਨਤਾ ਦੇ, ਉਹ ਇੱਥੇ ਵਿਧਾਇਕ ਵੀ ਪਹੁੰਚੇ ਹੋਏ ਨੇ, ਆਮ ਲੋਕ ਵੀ ਬੈਠੇ ਨੇ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜ਼ਿਲ੍ਹੇ ਦੇ, ਉਹ ਵੀ ਇੱਥੇ ਇਸ ਧਰਨੇ ਦੇ ਵਿੱਚ ਇਸ ਵੇਲੇ ਸ਼ਮੂਲੀਅਤ ਕਰ ਰਹੇ ਨੇ ਤੇ ਇਹਨਾਂ ਪਿੰਡਾਂ ਦੇ ਜਿਸ ਇਲਾਕੇ ਦੇ ਵਿੱਚ ਇਹ ਸੜਕ ਦਾ ਇਹ ਹਾਲ ਹੈ, ਸੜਕ ਤੇ ਜਿਹੜੀ ਪੱਟੀ ਸੜਕ ਦੀ ਬਣੀ ਨਹੀਂ ਹੋਈ, ਉਸ ਦੇ ਆਸੇ-ਪਾਸੇ ਦੇ ਪਿੰਡਾਂ ਦੇ ਸਰਪੰਚ ਸਾਡੇ ਨਾਲ ਖੜੇ ਨੇ, ਗੱਲਬਾਤ ਕਰਦੇ ਆ। ਕੀ ਵਜ੍ਹਾ ਕੀ ਹੈ ਜੀ ਅੱਜ ਧਰਨਾ ਲਾਣੇ ਨੂੰ ਮਜਬੂਰ ਹੋ ਗਏ ਹੋ? ਮੈਂ ਰਿਟਾਇਰ ਸੂਬੇਦਾਰ ਸੁਖਵਿੰਦਰ ਸਿੰਘ, ਮੇਰੀ ਵਾਈਫ ਸਰਪੰਚ ਹੈ ਪਿੰਡ ਸਾਹੋ ਮਾਜਰੇ, ਸਾਡੇ ਨੇੜੇ ਪਿੰਡਾਂ ਦੇ ਘਨੌਲੇ ਦੇ ਇਹਨਾਂ ਦੀ ਵਾਈਫ ਸਰਪੰਚ ਹੈ ਜੀ ਸਰਬਜੀਤ ਸਿੰਘ ਦੇ, ਜੱਟਪੱਤੀ ਸਰਣੀ ਮਾਜਰੇ ਦੇ ਬਿੱਤਰ ਸਿੰਘ ਸਰਪੰਚ ਹੈ ਜੀ, ਬਿੱਕੋਂ ਦੇ ਸਰਪੰਚ ਆਹੇ ਜੀ। ਸਾਡੇ ਸੜਕ ਦੀ ਹਾਲਤ ਘਨੌਲੀ ਬੈਰੀਅਰ ਤੋਂ ਲੈ ਕੇ ਹਿਮਾਚਲ ਦਾ ਜੋ ਹੈ ਢੇਰੋਵਾਲ ਸਾਹੋ ਮਾਜਰਾ ਸਾਡਾ ਪਿੰਡ ਹੈ, ਬਿਲਕੁਲ ਖਸਤਾ ਹਾਲਤ ਹੈ। ਦੱਸਣ ਪਹਿਲੀ ਗੱਲ ਤਾਂ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਵੀ ਸੜਕ ਸਹੀ ਹੈ ਜਾਂ ਗਲਤ ਹੈ। ਤੋ ਦੇਖੋ ਸਾਹਮਣੇ ਟੋਏ ਪਏ ਹੋਏ ਆ। ਸਵਾਲ ਤਾਂ ਕਰੋ ਜੇ ਤੁਸੀਂ ਕਿਸੇ ਹੋਰ ਰਸਤੇ ਤੋਂ ਆਏ, ਹੈਲੀਕਾਪਟਰ ਤੋਂ ਆਏ, ਯਾਰ ਸਾਨੂੰ ਰਸਤੇ ਦਾ ਨਹੀਂ ਪਤਾ, ਫਿਰ ਵੀ ਤੁਹਾਡਾ ਸਵਾਲ ਕਰਨਾ ਜਾਇਜ਼ ਹੈ, ਬਣਦਾ ਹੈ। ਤੁਸੀਂ ਪੱਤਰਕਾਰ ਹੋ, ਤੁਹਾਡਾ ਪੇਸ਼ਾ ਇਹ। ਅਸੀਂ 2 ਧਰਨੇ ਪਹਿਲਾਂ ਲਾਏ ਸੀ, ਇਹ ਤੋਂ 2 ਸਾਲ ਪਹਿਲਾਂ ਇੱਕ ਧਰਨਾ ਲਾਇਆ ਸੀ, ਉਹਦੇ ਵਿੱਚ ਅਧਿਕਾਰੀ ਪ੍ਰਸ਼ਾਸਨ ਦੇ ਆਏ ਸੀ, ਉਹ ਕਹਿੰਦੇ ਜੀ ਅਸੀਂ 3-4 ਮਹੀਨੇ ਦੇ ਅੰਦਰ ਜੋ ਹੈ ਸੜਕ ਨੂੰ ਪੱਕੀ ਕਰ ਦਾਂਗੇ। ਕੋਈ ਹੱਲ ਨਹੀਂ ਹੋਇਆ। ਫਿਰ ਤਕਰੀਬਨ 1 ਸਾਲ ਪਹਿਲਾਂ ਧਰਨਾ ਲਾਇਆ ਸੀ, ਪ੍ਰਸ਼ਾਸਨ ਵੱਲੋਂ ਇਹ ਸਾਨੂੰ ਆਸ਼ਵਾਸਨ ਮਿਲਿਆ ਕਿ ਧਰਨਾ ਚੱਕ ਦਿਓ, ਅਸੀਂ ਤੁਹਾਡੀ ਸੜਕ ਰਿਪੇਅਰ ਕਰ ਦਾਂਗੇ। ਫਿਰ ਸਾਡਾ ਕੋਈ ਹੱਲ ਨਹੀਂ ਹੋਇਆ। ਹੁਣ ਬਰਸਾਤਾਂ ਆ ਗਈਆਂ, ਸੜਕ ਦੇ ਬਾਰੇ ਜੇ ਮੈਂ ਬਿਆਨ ਕਰੂੰਗਾ ਤਾਂ ਜਾਂ ਤਾਂ ਟਾਈਮ ਵੇਸਟ ਕਰੂੰਗਾ, ਜਾਂ ਜਿਹਨੂੰ ਪਤਾ ਨਹੀਂ ਹੈ ਉਹ ਬੰਦਾ ਆ ਕੇ ਦੇਖ ਲਵੇ। ਤੁਸੀਂ ਤਾਂ ਦੇਖ ਹੀ ਲਿਆ। ਇਹ ਤੋਂ ਬਾਅਦ ਅਸੀਂ ਫਿਰ ਮਜਬੂਰ ਹੋ ਕੇ, ਸਾਡੇ ਪਿੰਡ ਦੇ ਲੋਕ ਸਾਡੇ ਕੋਲ ਸਾਡੇ ਪਿੰਡਾਂ ਦੇ ਚੱਲ ਕੇ ਆਏ ਵੀ ਤੁਸੀਂ ਕਾਹਦੇ ਸਰਪੰਚ ਹੈ ਬਾਈ, ਤੁਸੀਂ ਆਵਾਜ਼ ਨਹੀਂ ਉਠਾ ਸਕਦੇ, ਧਰਨਾ ਲਾਓ। ਕਹਿੰਦੇ ਅਸੀਂ ਤੁਹਾਡੇ ਨਾਲ ਹੈ। ਸਾਨੂੰ ਲੋਕਾਂ ਨੇ ਮਜਬੂਰ ਕੀਤਾ ਧਰਨਾ ਲਾਉਣ ਵਾਸਤੇ। ਫਿਰ ਅਸੀਂ ਸਲਾਹ ਕੀਤੀ, ਇਲਾਕੇ ਦੇ ਸਾਰੇ ਤਿਆਰ ਬੈਠੇ ਆ ਲੋਕ, ਕਹਿੰਦੇ ਵੀ ਇਸ ਸੰਘਰਸ਼ ਵਾਸਤੇ ਜੋ ਕੁਝ ਕਰਨਾ ਪਏਗਾ ਕਰੇਗਾ। ਬਾਕੀ ਪੁਲਿਸ ਪ੍ਰਸ਼ਾਸਨ ਸਾਡਾ ਬੜਾ ਵਧੀਆ ਸਹਿਯੋਗ ਕਰ ਰਿਹਾ, ਜੋ ਕਿ 1 ਮਿੰਟ ਇੱਥੇ ਰੋਡ ਜੋ ਹੈ ਕ੍ਰਾਸ ਨਹੀਂ ਕੀਤਾ ਜਾਂਦਾ ਸੀ, ਲੇਕਿਨ ਅੱਜ ਘਨੌਲੀ ਨੂੰ ਡਾਇਵਰਟ ਕਰ ਰਹੇ ਟ੍ਰੈਫਿਕ। ਬਹੁਤ ਵਧੀਆ ਗੱਲ ਹੈ ਵੀ ਜਾਮ ਨਾ ਲੱਗੇ, ਸਾਡੀ ਨੌਕਰੀ ਫਿੱਟ ਰਹੇ, ਕੋਈ ਗੱਲ ਨਹੀਂ। ਇਸ ਪਿੱਛੋਂ ਢੇਰਵਾਲ ਨੂੰ ਬੈਕ ਕਰ ਰਹੇ ਵੀ ਇਹ ਦਿਖਾਣ ਯਾਰ ਇਹ ਲੋਕੀ ਬੇਵਕੂਫ ਹੈ, ਇਹ ਐਵੇਂ ਹੀ ਇਕੱਠੇ ਹੋਏ ਹੋਇਆ, ਇੱਥੇ ਕੋਈ ਪ੍ਰੋਬਲਮ ਨਹੀਂ ਹੈ। ਇਹਨਾਂ ਦਾ ਹੱਲ ਮਤਲਬ ਹੀ ਇਹ ਹੈ, ਮਸਲਾ ਹੀ ਇਹ ਹੈ ਕਿ ਟ੍ਰੈਫਿਕ ਨੂੰ ਇੱਧਰ ਉੱਧਰ ਤੋਰ ਦਿਓ ਤਾਂ ਕਿ ਇਲਾਕੇ 'ਚ ਮੈਸੇਜ ਨਾ ਜਾਵੇ ਕਿ ਇੱਥੇ ਭੀੜ ਹੋਈ ਹੈ ਜਾਂ ਇਕੱਠ ਹੋਇਆ ਹੈ। ਇਹ ਤੋਂ ਬਾਅਦ ਅਗਰ ਹੱਲ ਨਹੀਂ ਹੁੰਦਾ ਹੈ ਤਾਂ ਬਿਨਾਂ ਅਸੀਂ ਵਿਦਆਊਟ
ਸਰਕਾਰ ਨੂੰ ਮੰਗ ਪੱਤਰ ਦਿੱਤੇ ਹੋਏ ਘਨੌਲੀ ਬੈਰੀਅਰ ਜਾਮ ਕਰਾਂਗੇ, ਜੇ ਸਾਨੂੰ ਬੰਦ ਕਰਨਾ ਬੰਦ ਕਰ ਦਿਓ। ਆ ਬੰਦੇ ਕਹਿੰਦੇ ਤੋਂ ਪਹਿਲਾਂ ਅਸੀਂ ਅੰਦਰ ਜਾਵਾਂਗੇ, ਫਿਰ ਅਸੀਂ ਸਾਨੂੰ ਬੰਦ ਕਰਿਓ ਥਾਣੇ 'ਚ। ਕੋਈ ਗੱਲ ਨਹੀਂ, ਜੇ ਸਾਨੂੰ ਪੁਲਿਸ ਪ੍ਰਸ਼ਾਸਨ ਬੰਦ ਕਰ ਦੇਗੀ ਜੇਲ੍ਹ 'ਚ, ਉਹਦੇ ਬਾਅਦ ਉੱਪਰੋਂ ਆਰਡਰ ਆਏਗਾ ਇਹਨਾਂ ਨੂੰ ਬੰਦ ਕਰ ਦਿਓ। ਲੇਕਿਨ ਜਿਹੜਾ ਜੱਜ ਸਾਹਿਬ ਬੈਠਾ ਹੈ ਉਹਨੂੰ ਪਤਾ ਹੈ ਭਾਈ ਉਹਨਾਂ ਦੀ ਸੜਕ ਟੁੱਟੀ ਹੋਈ ਹੈ, ਉਹ ਤਾਂ ਕਰਕੇ ਵਿਚਾਰੇ ਇਹ ਧਰਨਾ ਲਾ ਰਹੇ, ਬੀਬੀਆਂ ਤਾਂ ਬੈਠੀਆਂ ਹੋਈਆਂ, ਇਹ ਤਾਂ ਸਾਡੇ ਤੇ ਕਾਰਵਾਈ ਕਰੂਗਾ ਉਹ। ਵਿਧਾਇਕ ਆਏ ਬੈਠੇ ਨੇ ਅਮਰਜੀਤ ਸਿੰਘ ਸੰਦੋਆ, ਉਹ ਕਹਿੰਦੇ ਪਹਿਲਾਂ ਵੀ ਧਰਨੇ ਲੱਗੇ, ਅਸੀਂ ਤਾਂ ਪਹਿਲਾਂ ਵੀ ਆਂਦੇ ਰਹੇ ਹਾਂ, ਕਹਿੰਦੇ ਸਾਡੀ ਅੱਗੇ ਪੇਸ਼ੇ ਨਹੀਂ ਚੱਲਦੀ। ਆਂਦੇ ਰਹੇ ਪਹਿਲਾਂ। ਸੰਧੋਆ ਸਾਹਿਬ ਨਾਲ ਗੱਲ ਕਰ ਸਕਦੇ, ਇਹ ਤੁਸੀਂ ਸੰਧੋਆ ਸਾਹਿਬ ਦੱਸੋ, ਉਹਨਾਂ ਨੂੰ ਪੁੱਛੋ। ਅਸੀਂ ਸਾਡੇ ਇਲਾਕੇ ਦੇ ਸਰਪੰਚ ਹੈ, ਸਾਤੋਂ ਸਾਡੀ ਸਮੱਸਿਆ ਬਾਰੇ ਹੀ ਪੁੱਛੋ। ਨਾ ਤਾਂ ਅਸੀਂ ਪੋਲੀਟੀਕਲ ਲੋਕ ਹੈ, ਸਿੱਧੇ ਸਾਦੇ ਪਿੰਡੂ ਲੋਕ ਹੈ ਅਸੀਂ। ਸਾਡੀ ਸਮੱਸਿਆ ਆ ਇਹ, ਕੌਣ ਆਇਆ ਉਹਨੂੰ ਤੁਸੀਂ ਸਵਾਲ ਕਰ ਸਕਦੇ, ਉਹਨਾਂ ਦੇ ਵਿਚਾਰ ਤੁਸੀਂ ਅੱਗੇ ਪੇਸ਼ ਕਰ ਸਕਦੇ। ਸਾਡਾ ਕਿਸੇ ਪਾਰਟੀ ਨਾਲ ਨਾ ਤਾਂ ਅਸੀਂ ਕਿਸੇ ਆਗੂ ਨੂੰ ਬੋਲਣ ਦਿੱਤਾ, ਅਸੀਂ ਕਿਸਾਨਾਂ ਦੇ ਉਹ ਸੰਘਰਸ਼ ਨੂੰ ਮੁੱਦੇ ਨੂੰ ਰੱਖਦੇ ਹੋਏ ਪੋਲੀਟੀਕਲ ਪਾਰਟੀਆਂ ਦੇ ਸਾਰੀਆਂ ਦੇ ਲੋਕ ਆਏ ਹੋਏ ਆ, ਉਹਨਾਂ ਨੂੰ ਅਸੀਂ ਕਿਹਾ ਸਾਡੀ ਬੇਨਤੀ ਹੱਥ ਜੋੜ ਕੇ ਇਹ ਸਾਡਾ ਸਹਿਯੋਗ ਕਰੋ, ਔਰ ਅਸੀਂ ਜੋ ਹੈ ਇਸ ਨੂੰ ਕਿੱਦਾਂ ਹੱਲ ਕਰਨਾ ਉਹਦੇ ਬਾਰੇ ਸਾਨੂੰ ਦੱਸੋ। ਇਹ ਸਾਰੀ ਸੜਕ ਟੁੱਟੀ ਹੋਈ ਹੈ ਨਾਲਾਗੜ੍ਹ ਤੱਕ, ਜਾਂ ਫਿਰ ਇੰਨਾ ਕਿ ਟੋਟਾ ਖਰਾਬ ਹੈ? ਘਨੌਲੀ ਬੈਰੀਅਰ ਤੋਂ ਲੈ ਕੇ ਜਿੱਥੇ ਹਿਮਾਚਲ ਦਾ ਬਾਰਡਰ ਹੈ, ਉਹ ਜਿਹੜਾ ਹੈ 3 ਕਿਲੋਮੀਟਰ ਦਾ ਟੁੱਟਿਆ ਹੋਇਆ ਰਸਤਾ, ਜੇ ਖੇਤਾਂ ਨੂੰ ਵੀ ਜਾਈਏ ਉਹ ਵੀ ਰਸਤਾ ਇਹਦੇ ਨਾਲੋਂ ਠੀਕ ਹੁੰਦਾ। ਪੰਜਾਬ ਦੇ ਵਿੱਚ ਸੜਕ ਟੁੱਟੀ ਹੋਈ ਹੈ, ਹਿਮਾਚਲ ਦੀ ਅੱਗੇ ਵੀ ਠੀਕ ਹੈ? ਵਧੀਆ ਹੈ ਜੀ, ਹਿਮਾਚਲ ਦੀ ਬਹੁਤ ਫਸਟ ਕਲਾਸ ਸੜਕ ਹੈ। ਤੁਸੀਂ ਪਰਸਨਲੀ ਇਹ ਤੋਂ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਗੇੜਾ ਮਾਰ ਕੇ ਰਿਪੋਰਟਿੰਗ ਕਰਕੇ ਆਇਓ ਵੀ ਆਹ ਦੇਖੋ ਹਿਮਾਚਲ ਦੀ ਸੜਕ ਦੇਖ ਲਓ, ਆਹ ਪੰਜਾਬ ਦੀ ਸੜਕ ਦੇਖ ਲਓ ਕੀ ਹਾਲਤ ਹੈ ਇਹਦੀ। ਪੰਜਾਬ ਸਰਕਾਰਾਂ ਤਾਂ ਕਹਿੰਦੀਆਂ ਸਾਰੇ ਲੋਕ ਖੁਸ਼ ਆ ਸਾਡੇ ਤੋਂ। ਅਸੀਂ ਕਿਸੇ ਪਾਰਟੀ ਦਾ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ, ਨਾ ਅਸੀਂ ਕਿਸੇ ਖਿਲਾਫ ਹੈ। ਚਲੋ ਸਰਕਾਰ ਤਾਂ ਕਿਸੇ ਪਾਰਟੀ ਦੀ ਵੀ ਹੋਵੇ, ਸਰਕਾਰ ਤਾਂ ਪੂਰੇ ਲੋਕਾਂ ਦੀ ਸਰਕਾਰ ਹੁੰਦੀ ਹੈ। ਪ੍ਰਸ਼ਾਸਨ ਨੂੰ ਜਾਣਦੇ ਆ, ਪ੍ਰਸ਼ਾਸਨ ਨੇ ਰਿਪੋਰਟਾਂ ਭੇਜਣੀਆਂ ਅੱਗੇ, ਪ੍ਰਸ਼ਾਸਨ ਨੇ, ਅਸੀਂ ਤਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ, ਉਹਨਾਂ ਨੇ ਦੱਸਣਾ ਜੀ ਆਹ ਇਲਾਕੇ 'ਚ ਸਮੱਸਿਆ ਹੈ, ਤਾਂ ਹੀ ਮਸਲੇ ਹੱਲ ਹੋਣੇ ਆ ਇਹ। ਤੇ ਬਾਕੀ ਜੇ ਪੋਲੀਟੀਕਲ ਕੋਈ ਗੱਲ ਹੈਗੀ, ਤੁਸੀਂ ਲੀਡਰ ਆਏ ਹੋਏ ਆ, ਉਹਨਾਂ ਦੇ ਵਿਚਾਰ ਤੁਸੀਂ ਲੈ ਸਕਦੇ ਆ। ਗੱਲ ਸੁਣੀ ਗਈ ਹੈ ਤੁਹਾਡੀ। ਪਹਿਲਾਂ ਤੁਸੀਂ ਧਰਨਾ ਲਾਉਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲੇ ਹੋਵੋਗੇ ਕਿ ਸਿੱਧਾ ਧਰਨਾ ਹੀ ਲਾਤਾ ਸੀ? ਮੇਰੇ ਤੋਂ ਇਲਾਵਾ ਤੁਹਾਨੂੰ ਦੱਸ ਦੇਣਗੇ ਸਰਪੰਚ 3 ਘੰਟੇ ਵੇਟਿੰਗ ਕਰਨ ਤੋਂ ਬਾਅਦ ਸਰਪੰਚਾਂ ਨੂੰ ਜਿਹੜੀ ਆ ਉਹ ਮਿਲਣ ਦਾ ਮੌਕਾ ਮਿਲਿਆ, ਫਿਰ ਕਹਿ ਤਾ ਤੁਸੀਂ ਜਾਓ। ਉਹ ਤੁਹਾਡੇ ਵਿਚਾਰ 'ਚ ਸਾਰੇ। ਕੀ ਗੱਲਬਾਤ ਹੋਈ ਸੀ ਅਧਿਕਾਰੀਆਂ ਨਾਲ? ਡੀਸੀ ਮੈਡਮ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਮੈਂ 4 ਦਿਨ ਦੋ ਤੋਂ 4 ਦਿਨ ਬਾਅਦ ਗੱਲ ਕਰਾਂਗੇ, ਕੋਈ ਨਾ ਕੋਈ ਹੱਲ ਕੱਢਾਂਗੇ। ਉਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਵੀ ਅਜੇ ਤੱਕ ਇਹ ਸੜਕ ਪਈ ਵੀ ਉਹ ਨਹੀਂ ਹੈਗੀ ਕਾਗਜ਼ਾਂ 'ਚ, ਮਤਲਬ ਬਣਨੇ ਬਾਰੇ। ਤੇ 4 ਦਿਨ ਬਾਅਦ ਅਸੀਂ ਗਏ, ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਕੋਈ ਇੱਦਾਂ ਦਾ ਹੀ ਸਾਨੂੰ ਬਜਰੀ ਵਗੈਰਾ ਹੀ ਦਵਾ ਦਿਓ ਜਿਹੜੀ ਆਪੇ ਪਾ ਕੇ ਅਸੀਂ ਖੱਡੇ ਭਰ ਸਕੀਏ। ਉਹਨਾਂ ਤੋਂ ਉਹ ਵੀ ਨਹੀਂ ਪ੍ਰਬੰਧ ਹੋਇਆ ਜੀ। ਹੁਣ ਤੁਹਾਡਾ ਮੁੱਦਾ ਇਹ ਹੈ ਕਿ ਸੜਕ ਬਣੂਗੀ ਤਾਂ ਉੱਠੋਗੇ, ਜਾਂ ਫਿਰ ਤੁਸੀਂ ਇਹ ਚਾਹੁੰਦੇ ਵੀ ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚ ਕਰੇ? ਇਹ ਤਾਂ ਜੀ ਪੱਕਾ ਹੈ। ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਚੈਨਲ ਦਾ ਵੀ ਜਿਨ੍ਹਾਂ ਨਾਲ ਸਾਡੀ ਗਾਹਾਂ ਤੱਕ ਆਵਾਜ਼ ਪਹੁੰਚਾਉਣੀ। ਦੂਜਾ, ਜਦ ਤੱਕ ਅਸੀਂ ਉੱਠਣਾ ਨਹੀਂ ਹੈ, ਅਸੀਂ ਬਿਸਤਰੇ ਮੰਗਾ ਲਏ। ਹੁਣ 5 ਬਿਸਤਰੇ ਮੰਗਾਏ, 5 ਸਰਪੰਚ ਔਰ 5 ਦੇ ਨਾਲ ਇੱਕ ਬੰਦਾ ਹੋਰ ਹੋਊਗਾ ਜਿਹੜਾ ਰਾਤ ਨੂੰ ਰਹਿਣਾ। ਦੂਸਰੇ ਪਾਸੇ ਸਭ ਤੋਂ ਪਹਿਲਾਂ ਸਾਡੇ ਢਿੱਲੋਂ ਸਾਹਿਬ ਆਏ ਤੇ ਅਸੀਂ ਉਹਨਾਂ ਨੂੰ ਕਿਹਾ, ਉਹ ਕਹਿੰਦੇ ਸੈਂਟਰ ਦੀ ਆ। ਉਸ ਤੋਂ ਬਾਅਦ ਜੀ ਤਵਾੜੀ ਸਾਹਿਬ ਗਏ, ਤਵਾੜੀ ਸਾਹਿਬ ਨੇ ਬੜੀ ਕੋਸ਼ਿਸ਼ ਕਰੀ, ਉਹ ਕਹਿੰਦੇ 10 ਜਾਂ 20 ਲੱਖ ਰੁਪਏ ਤੱਕ ਤੁਸੀਂ ਕੰਮ ਕਰਾਉਣਾ ਤਾਂ ਕਰਾ ਲਓ। ਉਹਦੇ ਕੋਲ ਇਸ ਤੋਂ ਬਾਅਦ ਸਾਡੇ ਕੋਲ ਪੈਸਾ ਹੈ ਨਹੀਂ। ਡੀਸੀ ਸਾਹਿਬ ਨੂੰ ਮਿਲੇ, ਡੀਸੀ ਸਾਹਿਬ ਨਾਲ ਸਾਡੇ ਕੋਲ ਗੱਲਬਾਤ ਕਰੀ, ਅਸੀਂ ਮਟੀਰੀਅਲ ਵਾਸਤੇ ਵੀ ਕਰਿਆ। ਉਹ ਕਹਿੰਦੇ ਵੀ ਤੁਸੀਂ 4 ਦਿਨ ਬਾਅਦ, ਚੌਥਾ ਦਿਨ ਅਸੀਂ ਗਏ ਤਾਂ ਛੁੱਟੀ ਵਰਤੇ। ਅਸੀਂ ਏਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ, ਪਰ ਅੱਜ ਸਾਡਾ ਵਾਅਦਾ ਸੀ, ਲਾਸਟ ਪੁਆਇੰਟ ਸਾਡਾ ਇਹੀ ਹੈ, ਅਗਰ ਸਾਡਾ ਮਸਲਾ ਹੁੰਦਾ ਤਾਂ, ਨਹੀਂ ਅਸੀਂ ਬਿਸਤਰੇ ਮੰਗਾ ਲਏ, ਰਾਤ ਨੂੰ ਸਵੇਰ ਤੱਕ ਉਰੇ, ਸਵੇਰ ਤੋਂ ਬਾਅਦ ਅਸੀਂ ਹਾਈਵੇ ਤੇ ਚਲੇ ਜਾਣਾ। ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਪਹੁੰਚੇ ਮੌਕੇ ਦੇ ਉੱਤੇ? ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਊਗੀ, ਜਾਂ ਗੱਲਬਾਤ ਕਰੂੰਗੀ ਸਿਰਾ ਚੜੂਗਾ, ਫਿਰ ਦੇਖਾਂਗੇ ਕੀ ਬਣਦਾ। ਅੱਗੇ ਦੇ ਪਲਾਨ ਕੀ ਹੈ ਜੇ ਅੱਜ ਕੋਈ ਮੁੱਦਾ ਹੱਲ ਨਹੀਂ ਨਿਕਲਦਾ? ਤਾਂ ਸਵੇਰੇ ਧਰਨਾ ਸਾਡਾ 12 ਵਜੇ ਤੋਂ ਲੈ ਕੇ ਕੱਲ ਨੂੰ ਹਾਈਵੇ ਤੇ ਆ। ਅਗਲਾ ਲਗਾਤਾਰ ਚੱਲੂਗਾ, ਪੱਕਾ ਟੈਂਟ ਲਾ ਦੇਣਾ ਉੱਥੇ। ਸੋ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਉਹਨਾਂ ਨਾਲ ਵੀ ਕਰਦੇ ਆ। ਪਰ ਉਸ ਤੋਂ ਪਹਿਲਾਂ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਮੁੱਦੇ ਦਾ ਕੋਈ ਠੋਸ ਹੱਲ ਇਹਨਾਂ ਨੂੰ ਨਹੀਂ ਮਿਲਦਾ ਤਾਂ ਇੱਥੇ ਪੱਕਾ ਧਰਨਾ ਵੀ ਲਾਇਆ ਜਾਊਗਾ। 5-6 ਪਿੰਡਾਂ ਦੇ ਸਰਪੰਚ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ, ਕਹਿੰਦੇ ਕਿ ਸਾਰੀ ਰਾਤ ਅਸੀਂ ਇੱਥੇ ਆਪ ਰਵਾਂਗੇ। ਜੇਕਰ ਇਹ ਧਰਨਾ ਇਹਨਾਂ ਨੂੰ ਇੱਥੇ ਲਾਉਣਾ ਪਿਆ ਤਾਂ ਕੱਲ ਦਾ ਪਲਾਨ ਫਿਰ ਇਹਨਾਂ ਦਾ ਘਨੌਲੀ ਬੈਰੀਅਰ ਦੇ ਉੱਤੇ ਜਿਹੜਾ ਅਨੰਦਪੁਰ ਸਾਹਿਬ ਨੂੰ ਮੇਨ ਹਾਈਵੇ ਜਾਂਦਾ ਉਹਨੂੰ ਜਾਮ ਕਰਨ ਦਾ ਵੀ ਇਹ ਕੋਸ਼ਿਸ਼ ਕਰਦੇ ਆ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ। ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਧਰਨੇ ਦੇ ਉੱਤੇ ਆਏ ਨੇ, ਸੰਬੋਧਿਤ ਹੋ ਰਹੇ ਨੇ ਲੋਕਾਂ ਨੂੰ। ਉਹਨਾਂ ਦਾ ਕਹਿਣਾ ਹੈ, ਐਸਡੀਐਮ ਸਾਹਿਬ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਜਿਹੜੀ ਹੈਗੀ ਆ ਕੰਕਰੀਟ ਦੀ ਪਾਸ ਹੋ ਚੁੱਕੀ ਆ, ਪਰ ਹਾਲ ਦੀ ਘੜੀ ਸੜਕ ਨਹੀਂ ਬਣਾਈ ਜਾ ਸਕਦੀ ਮੌਸਮ ਦੇ ਚੱਲਦਿਆਂ। ਉਦੋਂ ਤੱਕ ਇਸ ਨੂੰ ਜੇਸੀਬੀ ਨਾਲ ਪੱਧਰਾ ਕਰ ਦਿੱਤਾ ਜਾਊਗਾ, ਪਰ 20 ਅਕਤੂਬਰ ਤੋਂ ਪਹਿਲਾਂ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਸੜਕ ਦਾ ਕੰਮ ਜਿਹੜਾ ਹੈਗਾ, ਨਿਰਮਾਣ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ। ਉਮੀਦ ਕਰਦੇ ਹਾਂ ਐਸਡੀਐਮ ਸਾਹਿਬ ਜਿਹੜਾ ਸਵਾਸਨ ਇੱਥੇ ਦੇ ਕੇ ਜਾ ਰਹੇ ਨੇ, ਉਮੀਦ ਕਰਦੇ ਹਾਂ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਹੋ ਜਾਣਗੀਆਂ ਤੇ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।